किसान अकेडमी के ऑनलाइन प्लेटफॉर्म के ऊपर ਤੁਹਾਡਾ स्वागत है। ਅੱਜ ਦੀ ਕਲਾਸ ਦੇ ਵਿੱਚ ਅਸੀਂ ਕਨਸਟੀਟਿਊਸ਼ਨ यानी कि संविधान ਤੇ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਜੋ ਸਾਡੇ ਕੋਲ ਮੇਨ ਟੌਪਿਕ ਹੈ ਉਹਦੇ ਨਾਲ ਰਿਲੇਟਡ ਐਮਸੀਕਿਊ ਡਿਸਕਸ ਕਰਾਂਗੇ। ਅੱਜ ਦੀ ਕਲਾਸ ਦੇ ਵਿੱਚ ਸਾਡੇ ਕੋਲ ਹਾਫ ਆਰ ਦੇ ਵਿੱਚ ਜਿੰਨੇ ਵੀ ਕੁਐਸਚਨ ਹੋ ਸਕਦੇ ਹੋਏ ਤਾਂ ਉਹਨੇ ਕੁਐਸਚਨ ਅਸੀਂ ਜਿਹੜੇ ਹੈਗੇ ਅੱਜ ਦੀ ਕਲਾਸ ਵਿੱਚ ਡਿਸਕਸ ਕਰਾਂਗੇ। ਬਾਕੀ ਸਾਰੇ ਜਿਹੜੇ ਹੈਗੇ ਐਮਸੀਕਿਊ ਤੁਹਾਨੂੰ ਮੇਰੇ ਵੱਲੋਂ ਕੋਰਸ ਵਿੱਚ ਪ੍ਰੋਵਾਈਡ ਕੀਤੇ ਜਾਣਗੇ। जो भी बच्चे इंटरेस्टेड ने कोर्स लेना चाहते हैं तो किसान अकेडमी की ऐप ਨੂੰ डाउनलोड कर सकते हैं प्ले स्टोर ਦੇ ਵਿੱਚ ਆ ਕੇ ਤੇ ਉੱਥੋਂ ਡਾਇਰੈਕਟ ਜਿਹੜਾ ਹੈ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਕੇ ਡਾਇਰੈਕਟ ਕੋਰਸ ਨੂੰ ਪਰਚੇਸ ਕਰ ਸਕਦੇ ਨੇ ਜਾਂ ਫਿਰ ਤੁਸੀਂ 9988001121 ਜੋ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦਿੱਤਾ ਗਿਆ ਹੈ ਅਕੈਡਮੀ ਦੇ ਕੰਟੈਕਟ ਨੰਬਰ ਦੇ ਉੱਪਰ ਕਾਲ ਕਰਕੇ ਜਾਂ WhatsApp ਕਰਕੇ ਕੋਰਸ ਦੀ ਕੰਪਲੀਟ ਇਨਫੋਰਮੇਸ਼ਨ ਲੈ ਕੇ ਕੋਰਸ ਨੂੰ ਪਰਚੇਸ ਕਰ ਸਕਦੇ ਹੋ। ਤਾਂ ਮੈਂ ਸਟਾਰਟ ਕਰਦੀ ਹਾਂ ਜੀ ਅੱਜ ਦੇ ਆਪਣੇ ਐਮਸੀਕਿਊ। ਸਾਡੇ ਕੋਲ ਫਰਸਟ ਇੱਥੇ ਕੁਐਸਚਨ ਹੈਗਾ ਬੇਟਾ ਇੱਕ ਚੀਜ਼ ਹੋਰ ਕਾਫੀ ਜਿਹੜੀਆਂ ਹੈਗੀਆਂ ਇਹਦੇ ਨਾਲ ਰਿਲੇਟਡ ਤੁਹਾਡੇ ਸਾਰੇ ਟੌਪਿਕਸ ਜਾਂ ਜਿਹੜੇ ਐਮਸੀਕਿਊ ਸੀਰੀਜ਼ ਨੇ ਉਹ ਮੇਰੇ ਵੱਲੋਂ ਅਪਲੋਡ ਕੀਤੀਆਂ ਗਈਆਂ ਉਹ ਤੁਸੀਂ ਜਿਹੜੀਆਂ ਹੈਗੀਆਂ ਪਲੇਲਿਸਟ ਦੇਖ ਕੇ ਆਪਣੀਆਂ ਸਾਰੀਆਂ ਜਿਹੜੀਆਂ ਸੀਰੀਜ਼ ਹੈਗੀਆਂ ਉਹ ਦੇਖ ਸਕਦੇ ਹੋ। ਇੱਕ ਹੋਰ ਚੀਜ਼ ਜਿੰਨੇ ਵੀ ਮੈਂ ਐਮਸੀਕਿਊ ਕਰਾਉਣੀ ਆ ਉਹਦੀ ਹਰ ਇੱਕ ਆਪਸ਼ਨ ਨੂੰ ਮੇਰੇ ਵੱਲੋਂ ਡਿਸਕ੍ਰਾਈਬ ਕੀਤਾ ਜਾਂਦਾ ਉਹ ਹਰ ਇੱਕ ਕੁਐਸਚਨ ਆ ਠੀਕ ਹੈ। ਬੇਸ਼ੱਕ ਕਲਾਸ ਜਿਹੜੀ ਹੈਗੀ ਉਹ 'ਚ ਮੈਂ 8 ਐਮਸੀਕਿਊ ਡਿਸਕਸ ਕਰਾਂ ਜਾਂ 10 ਐਮਸੀਕਿਊ ਡਿਸਕਸ ਕਰਾਂ ਜਾਂ 12 ਐਮਸੀਕਿਊ ਜਿੰਨੇ ਵੀ ਐਮਸੀਕਿਊ ਡਿਸਕਸ ਹੋਣਗੇ ਬਟ ਉਹਦੀਆਂ ਜਿੰਨੀਆਂ ਆਪਸ਼ਨ ਨੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੰਨੀ ਆ ਤਾਂ ਨੀਅਰ ਅਬਾਊਟ ਤੁਹਾਡੇ 50 ਜਾਂ 60 ਕੁਐਸਚਨ ਜਿਹੜੇ ਹੈਗੇ ਮੇਰੇ ਵੱਲੋਂ ਕਲਾਸ ਦੇ ਵਿੱਚ ਕਰਵਾ ਦਿੱਤੇ ਜਾਂਦੇ ਆ। ਉਹ ਨੋਟਬੁੱਕਸ ਜਿਹੜੀਆਂ ਹੈਗੀਆਂ ਆਪਣੇ ਕੋਲ ਰੱਖਿਆ ਕਰੋ ਤੇ ਉਹ ਹਰ ਇੱਕ ਪੁਆਇੰਟ ਜਿਹੜਾ ਆਪਣੀ ਨੋਟਬੁੱਕ ਦੇ ਉੱਪਰ ਜ਼ਰੂਰ ਰਾਈਟ ਡਾਊਨ ਕਰਿਆ ਕਰੋ ਠੀਕ ਹੈ। ਐਵੇਂ ਤੁਹਾਡੀ ਜਿਹੜੀ ਬੈਟਰ ਪ੍ਰੈਕਟਿਸ ਹੈਗੀ ਉਹ ਹੋਊਗੀ ਕਿਉਂਕਿ ਅਲਟੀਮੇਟਲੀ ਤੁਹਾਡਾ ਐਗਜ਼ਾਮ ਐਮਸੀਕਿਊ ਆਪਸ਼ਨ ਦੇ ਵਿੱਚ ਆਊਗਾ ਆਬਜੈਕਟਿਵ ਟਾਈਪ ਹੋਊਗਾ ਤਾਂ ਤੁਹਾਡੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੋਣਗੇ। ਤਾਂ ਮੈਂ ਸਟਾਰਟ ਕਰਦੀ ਹਾਂ ਜੀ ਆਪਣਾ ਫਰਸਟ ਕੁਐਸਚਨ which of following is called mini constitution ਠੀਕ ਹੈ। ਛੋਟਾ ਸੰਵਿਧਾਨ ਮਿਨੀ ਸੰਵਿਧਾਨ ਕਿਹਨੂੰ ਆਖਦੇ ਆ ਇਹ ਮੈਜੋਰਿਟੀ ਬੱਚਿਆਂ ਨੂੰ ਪਤਾ ਹੋਊਗਾ ਠੀਕ ਹੈ ਜੀ। ਕਿਹਨੂੰ ਆਖਦੇ ਆ ਜੀ 42 ਅਮੈਂਡਮੈਂਟ। ਤਾਂ ਸਾਡੀ ਜਿਹੜੀ 42ਵੀਂ ਸੋਧ ਸੀਗੀ 42ਵੀਂ ਸੋਧ ਕਦੋਂ ਹੁੰਦੀ ਆ 1976 ਦੇ ਵਿੱਚ ਠੀਕ ਹੈ ਜੀ। 1976 ਈਸਵੀ ਦੇ ਵਿੱਚ ਜਿਹੜੀ ਸਾਡੀ 42ਵੀਂ ਸੋਧ ਹੋਈ ਉਸ ਸੋਧ ਦੇ ਵਿੱਚ ਹੀ ਜਿਹੜਾ ਸੀਗਾ ਇੰਨੀਆਂ ਜ਼ਿਆਦਾ ਸੋਧਾਂ ਹੋਈਆਂ ਕਾਫੀ ਜ਼ਿਆਦਾ ਸੋਧਾਂ ਹੋਣ ਕਰਕੇ ਹੀ ਕਾਫੀ ਜਿਹੜੀਆਂ ਚੇਂਜਸ ਸੀਗੀਆਂ ਸੰਵਿਧਾਨ ਦੇ ਵਿੱਚ ਜਿਹੜਾ ਸਾਡਾ ਇਨੀਸ਼ੀਏਟ ਦਾ ਮੂਲ ਸੰਵਿਧਾਨ ਸੀਗਾ ਉਹਦੇ ਚ ਕੀਤੀਆਂ ਗਈਆਂ ਤੇ ਇਸੇ ਕਰਕੇ ਜਿਹੜਾ 42 ਅਮੈਂਡਮੈਂਟ ਹੈਗੀ ਆ ਸਾਡਾ ਜਿਹੜਾ 42ਵੀਂ ਸੋਧ ਸੀਗੀ ਉਹਨੂੰ ਕੀ ਆਖਿਆ ਗਿਆ ਜੀ ਮਿਨੀ ਕਨਸਟੀਟਿਊਸ਼ਨ ਠੀਕ ਹੈ ਜੀ। ਇਸ ਤੋਂ ਬਿਨਾਂ ਬੇਟਾ ਜੀ ਆਪਾਂ ਬਾਕੀ ਦੇਖਦੇ ਹਾਂ ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਇਹ ਇਸ ਟਾਈਮ ਤੇ ਹਨਾ ਕੌਣ ਸਾਡੇ ਕੋਲ ਮੁੱਖ ਪ੍ਰਧਾਨ ਮੰਤਰੀ ਸੀਗੇ ਤਾਂ ਸਾਡੇ ਕੋਲ ਇੱਥੇ ਆਨਸਰ ਆ ਜਾਊਗਾ ਜੀ ਇੰਦਰਾ ਗਾਂਧੀ ਠੀਕ ਹੈ। ਤੇ ਇਸ ਅਮੈਂਡਮੈਂਟ ਦੇ ਟਾਈਮ ਤੇ ਸਾਡੇ ਕੋਲ ਇੰਦਰਾ ਗਾਂਧੀ ਸੀਗੇ ਜਿਹੜੇ ਉਹ PM ਸੀਗੇ। ਬਾਕੀ ਥੋੜਾ ਜਿਹਾ ਮੈਂ ਹੋਰ ਵੀ ਡਿਫਾਈਨ ਕਰ ਦਿੰਨੀ ਆ ਇੱਥੇ ਜਿਹੜੀ ਅਮੈਂਡਮੈਂਟ ਸੀ ਇਹਦੇ ਵਿੱਚ ਜੋ ਤੁਸੀਂ ਮੇਨ ਪੁਆਇੰਟ ਯਾਦ ਰੱਖਣੇ ਹੈਗੇ ਆ ਇੱਕ ਤਾਂ ਸਾਡਾ ਜਿਹੜਾ ਪ੍ਰੈਂਬਲ ਸੀ ਸਭ ਇੱਕ ਹੀ ਸੋਧ ਜਿਹੜੀ ਹੈਗੀ ਉਹ ਸਾਡੇ ਪ੍ਰੈਂਬਲ ਦੇ ਵਿੱਚ ਯਾਨੀ ਕਿ ਸਾਡਾ ਜਿਹੜਾ ਪ੍ਰਸਤਾਵਨਾ ਹੈਗੀ ਆ ਸੰਵਿਧਾਨ ਦੀ ਹੈ ਨਾ ਪ੍ਰਸਤਾਵਨਾ ਪੰਜਾਬੀ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਸਿਰਫ ਇੱਕ ਸੋਧ ਹੋਈ ਆ। ਉਸ ਸੋਧ ਦੇ ਰਾਹੀਂ ਸਾਡੀ ਪ੍ਰਸਤਾਵਨਾ ਦੇ ਵਿੱਚ 3 ਸ਼ਬਦ ਐਡ ਕੀਤੇ ਗਏ ਆ ਬਹੁਤ ਇੰਪੋਰਟੈਂਟ ਨੇ ਬੇਟਾ ਤਿੰਨੋਂ ਕਾਮਨ ਹੀ ਪੁੱਛ ਲਏ ਜਾਂਦੇ ਆ ਸੋਸ਼ਲਿਸਟ ਠੀਕ ਹੈ ਸੋਸ਼ਲਿਸਟ। ਦੂਜਾ ਜਿਹੜਾ ਐਡ ਕੀਤਾ ਗਿਆ ਹੈਗਾ ਉਹ ਹੈਗਾ ਸੈਕੂਲਰ ਤੇ ਤੀਜਾ ਜੋ ਐਡ ਕੀਤਾ ਗਿਆ ਹੈਗਾ ਉਹ ਹੈਗਾ ਇੰਟੀਗ੍ਰਿਟੀ ਠੀਕ ਹੈ ਜੀ ਇੰਟੀਗ੍ਰਿਟੀ। ਇਹ ਚੀਜ਼ਾਂ ਤੁਸੀਂ ਮੇਨ ਧਿਆਨ ਦੇ ਵਿੱਚ ਰੱਖਣੀਆਂ ਹੈਗੀਆਂ ਤੇ ਜਿਹੜੇ ਤਿੰਨੋਂ ਸ਼ਬਦ ਹੈਗੇ ਨੇ ਉਹ ਸਾਡੇ ਕੋਲ 42ਵੀਂ ਸੋਧ ਦੇ ਰਾਹੀਂ ਹੀ ਸੰਵਿਧਾਨ ਦੇ ਵਿੱਚ ਐਡ ਕੀਤੇ ਗਏ ਸੀ ਕਲੀਅਰ ਜੀ। ਦੈਨ ਬੇਟਾ ਕਈ ਵਾਰ ਪੁੱਛ ਲਿਆ ਜਾਂਦਾ ਕਿ ਹੋਰ ਕਿਹੜੀ ਇਹਦੇ ਵਿੱਚ ਸੋਧ ਕੀਤੀ ਗਈ ਸੀ ਮੇਨ ਇਸ ਸੋਧ ਦੇ ਰਾਹੀਂ 42ਵੀਂ ਸੋਧ ਦੇ ਰਾਹੀਂ ਜਿਹੜੀ ਸੈਕਿੰਡ ਚੀਜ਼ ਐਡ ਕੀਤੀ ਗਈ ਸੀ ਸੰਵਿਧਾਨ ਦੇ ਵਿੱਚ ਉਹ ਵੀ ਤੁਹਾਨੂੰ ਸਭ ਨੂੰ ਬੇਸਿਕਲੀ ਪਤਾ ਹੋਊਗਾ ਫੰਡਾਮੈਂਟਲ ਡਿਊਟੀਜ਼ ਠੀਕ ਹੈ। ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਸੀ ਸਾਡੇ ਕੋਲ ਭਾਗ ਚੌਥੇ ਏ ਦੇ ਵਿੱਚ ਐਡ ਕੀਤੀਆਂ ਗਈਆਂ 51 ਏ ਆਰਟੀਕਲ ਦੇ ਵਿੱਚ ਐਡ ਕੀਤੀਆਂ ਗਈਆਂ ਤੇ ਕਿੰਨੀਆਂ ਮੂਲ ਸੀਗੀਆਂ 10 ਐਡ ਕੀਤੀਆਂ ਗਈਆਂ। ਇੱਕ ਜਿਹੜੀ ਲੇਟਰ ਔਨ 86ਵੀਂ ਸੋਧ ਦੇ ਰਾਹੀਂ ਐਡ ਕੀਤੀ ਗਈ ਸੀ ਉਹ ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾਈ ਹੋਈ ਆ ਨਾ ਤੇ ਟੋਟਲ ਮੌਜੂਦਾ ਸਾਡੇ ਕੋਲ 11 ਬਟ ਮੂਲ ਜਿਹੜੀਆਂ ਸੀਗੀਆਂ ਉਹ 10 ਐਡ ਕੀਤੀਆਂ ਕਦੋਂ ਕੀਤੀਆਂ ਜੋ ਵੀ 42ਵੀਂ ਸੋਧ ਦੇ ਰਾਹੀਂ। ਤੇ ਇੱਕ ਹੋਰ ਚੀਜ਼ ਵੈਸੇ ਉਹ ਹੁਣ ਮੌਜੂਦ ਨਹੀਂ ਹੈਗੀ ਸਾਡੇ ਕੋਲ ਜਿਹੜੀ ਸਾਡੇ ਕੋਲ ਲੋਕ ਸਭਾ ਹੈ ਬੇਟਾ ਲੋਕ ਸਭਾ ਦਾ ਕਾਰਜਕਾਲ ਠੀਕ ਹੈ। ਲੋਕ ਸਭਾ ਦਾ ਕਾਰਜਕਾਲ ਇਹਦੇ ਚ 5 ਸਾਲ ਤੋਂ ਵਧਾ ਕੇ 6 ਸਾਲ ਕਰਤਾ ਸੀ 42ਵੀਂ ਸੋਧ ਦੇ ਰਾਹੀਂ ਬਟ ਜਦੋਂ ਸਾਡੇ ਕੋਲ 44ਵੀਂ ਸੋਧ ਆਈ ਠੀਕ ਹੈ 44ਵੀਂ ਸੋਧ ਦੇ ਰਾਹੀਂ ਕਾਫੀ ਜਿਹੜੀਆਂ ਸੋਧਾਂ 42ਵੀਂ ਸੋਧ ਦੇ ਵਿੱਚ ਕੀਤੀਆਂ ਗਈਆਂ ਸੀਗੀਆਂ ਉਹ ਕਾਫੀ ਕੈਂਸਲ ਕਰਕੇ 44ਵੀਂ ਸੋਧ ਦੇ ਰਾਹੀਂ ਉਹਨਾਂ ਨੂੰ ਇੰਪਰੂਵ ਕੀਤਾ ਗਿਆ ਤੇ ਅਗੇਨ ਜਿਹੜੀ 44ਵੀਂ ਸੋਧ ਹੋਈ ਉਹਦੇ ਚ ਫਿਰ ਜਿਹੜਾ ਲੋਕ ਸਭਾ ਦਾ ਕਾਰਜਕਾਲ ਸੀਗਾ ਉਹ 6 ਤੋਂ ਘਟਾ ਕੇ 5 ਸਾਲ ਹੀ ਕਰ ਦਿੱਤਾ ਗਿਆ। ਇਸੇ ਕਰਕੇ ਸਾਡੇ ਕੋਲ ਹੁਣ ਜਿਹੜਾ ਮੌਜੂਦਾ ਹੈਗਾ ਉਹ 5 ਸਾਲ ਹੀ ਹੈ ਠੀਕ ਹੈ।
ਇੱਥੇ ਮੈਂ 44ਵੀਂ ਸੋਧ ਬਾਰੇ ਤੁਹਾਨੂੰ ਦੱਸਦਾ। ਜਿਹੜੀ 44ਵੀਂ ਸੋਧ ਆ, ਜੇ ਅਸੀਂ 44ਵੀਂ ਸੋਧ ਦੀ ਗੱਲ ਕਰਦੇ ਹਾਂ, ਕਦੋਂ ਹੋਈ? ਸਾਡੇ ਕੋਲ 1978 ਦੇ ਵਿੱਚ, ਠੀਕ ਹੈ। 1978 ਦੇ ਵਿੱਚ ਹੋਈ। ਦੋ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਇੱਕ ਤਾਂ ਲੋਕ ਸਭਾ ਦਾ ਕਾਰਜਕਾਲ ਜਿਹੜਾ 5 ਤੋਂ 6 ਸਾਲ ਕੀਤਾ ਸੀਗਾ, ਕਦੋਂ? 42ਵੀਂ ਸੋਧ ਦੇ ਰਾਹੀਂ, ਠੀਕ ਹੈ। ਉਹਨੂੰ ਘਟਾ ਕੇ ਫਿਰ 6 ਤੋਂ 5 ਸਾਲ ਕਰ ਦਿੱਤਾ ਗਿਆ। ਕਾਹਦੇ ਰਾਹੀਂ? ਕਿਹੜੀ ਸੋਧ ਦੇ ਰਾਹੀਂ? 44ਵੀਂ ਸੋਧ ਦੇ ਰਾਹੀਂ, ਠੀਕ ਹੈ। ਇੱਕ ਪੁਆਇੰਟ ਇਹ ਯਾਦ ਰੱਖਣਾ। ਦੂਜਾ ਪੁਆਇੰਟ ਜਿਹੜਾ ਤੁਸੀਂ ਇੱਥੇ ਯਾਦ ਰੱਖਣਾ ਉਹ ਇਹ ਆ ਕਿ ਸਾਡੀ ਜਿਹੜੀ, ਤੁਸੀਂ ਕਾਫੀ ਬੱਚਿਆਂ ਨੇ ਸੁਣਿਆ ਹੈ ਨਾ ਕਿ ਸਾਡੇ ਕੋਲ ਇੱਕ ਰਾਈਟ ਟੂ ਪ੍ਰੋਪਰਟੀ ਸੀ, ਰਾਈਟ ਟੂ ਪ੍ਰੋਪਰਟੀ, ਠੀਕ ਹੈ। ਸੰਪਤੀ ਦਾ ਅਧਿਕਾਰ, ਸੰਪਤੀ ਦਾ ਜਿਹੜਾ ਅਧਿਕਾਰ ਸੀ ਪਹਿਲਾਂ ਸਾਡੇ ਕੋਲ ਫੰਡਾਮੈਂਟਲ ਰਾਈਟਸ ਦੇ ਵਿੱਚ ਮੌਜੂਦ ਸੀਗਾ। ਉਸ ਅਧਿਕਾਰ ਨੂੰ ਮੁਰਾਰਜੀ ਦੇਸਾਈ ਦੀ ਜਿਹੜੀ ਸਰਕਾਰ ਸੀਗੀ, ਜਦੋਂ 44ਵੀਂ ਸੋਧ ਹੁੰਦੀ ਆ, ਪੀਐਮ ਕੌਣ ਸੀ? ਮੁਰਾਰਜੀ ਦੇਸਾਈ ਸੀਗੇ। ਉਹਨਾਂ ਦੇ ਟਾਈਮ ਤੇ ਜਿਹੜਾ ਸਾਡੇ ਕੋਲ ਰਾਈਟ ਟੂ ਪ੍ਰੋਪਰਟੀ ਸੀਗਾ, ਉਹਨੂੰ ਖਤਮ ਕਰ ਦਿੱਤਾ ਗਿਆ ਇੱਥੋਂ, ਤੇ ਉਹਨੂੰ ਕੀ ਬਣਾ ਦਿੱਤਾ ਗਿਆ ਜੀ? ਉਹਨੂੰ ਸਾਡੇ ਕੋਲ ਲੀਗਲ ਰਾਈਟ ਬਣਾ ਦਿੱਤਾ ਗਿਆ, ਕਾਨੂੰਨੀ ਅਧਿਕਾਰ, ਠੀਕ ਹੈ। ਲੀਗਲ ਰਾਈਟ, ਫੰਡਾਮੈਂਟਲ ਰਾਈਟਸ ਤੋਂ ਕੱਟ ਕੇ ਉਹਨੂੰ ਕੀ ਬਣਾਤਾ? ਲੀਗਲ ਰਾਈਟ ਬਣਾਤਾ। ਐਡ ਕਿਹਦੇ ਚ ਕਰ ਦਿੱਤਾ ਗਿਆ? 300A ਆਰਟੀਕਲ ਦੇ ਵਿੱਚ, ਠੀਕ ਹੈ। ਦੋ ਸੋਧਾਂ ਹੋਈਆਂ। ਇੱਕ ਤਾਂ ਜਿਹੜਾ ਕਾਰਜਕਾਲ ਸੀਗਾ ਉਹ 6 ਤੋਂ 5 ਸਾਲ ਲੋਕ ਸਭਾ ਦਾ ਕਰ ਦਿੱਤਾ ਗਿਆ, ਤੇ ਨਾਲ ਹੀ ਜਿਹੜਾ ਰਾਈਟ ਟੂ ਪ੍ਰੋਪਰਟੀ ਸੀਗਾ ਉਹਨੂੰ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਖਤਮ ਕਰਕੇ ਕਾਨੂੰਨੀ ਅਧਿਕਾਰ ਬਣਾ ਦਿੱਤਾ 44ਵੀਂ ਸੋਧ ਦੇ ਰਾਹੀਂ, ਠੀਕ ਹੈ ਜੀ। ਨੈਕਸਟ ਬੇਟਾ ਸਾਡੇ ਕੋਲ ਜੇ ਪੁੱਛਣ ਕਿ ਗਵਰਨਮੈਂਟ ਆਫ ਇੰਡੀਆ ਐਕਟ, ਬਹੁਤ ਇੰਪੋਰਟੈਂਟ, ਗਵਰਨਮੈਂਟ ਆਫ ਇੰਡੀਆ ਐਕਟ, ਜੇ ਜਿਵੇਂ ਹੁਣ ਤੁਹਾਡੇ ਉੱਪਰ ਪੁੱਛਿਆ ਗਿਆ ਮਿਨੀ ਕਨਸਟੀਟਿਊਸ਼ਨ ਕਿਹਨੂੰ ਆਖਦੇ ਆ, ਜੇ ਪੁੱਛਣ ਕਿ ਇੰਡੀਅਨ ਕਨਸਟੀਟਿਊਸ਼ਨ ਦਾ ਬਲੂਪ੍ਰਿੰਟ ਕੀ ਆ, ਬਲੂਪ੍ਰਿੰਟ ਕੌਣ ਆ, ਠੀਕ ਹੈ, ਜਾਂ ਸਕੈਲਟਨ ਕੌਣ ਆ, ਜਾਂ ਬੇਸ ਕੌਣ ਆ, ਤਾਂ ਤੁਹਾਡਾ ਆਨਸਰ ਹੋਊਗਾ ਗਵਰਨਮੈਂਟ ਆਫ ਇੰਡੀਆ ਐਕਟ 1935, ਠੀਕ ਹੈ ਜੀ। ਤਾਂ 1935 ਦੇ ਅਕੋਰਡਿੰਗ ਪਹਿਲਾਂ ਸਾਡੀ ਸਰਕਾਰ ਚੱਲ ਰਹੀ ਸੀਗੀ, ਤਾਂ ਉਹਦੇ ਵਿੱਚੋਂ ਅਸੀਂ ਕਾਫੀ ਜਿਹੜੇ ਮੇਨ ਫੀਚਰ ਸੀਗੇ ਉਹ ਅਡਾਪਟ ਕੀਤੇ ਆ, ਤੇ ਇਸ ਕਰਕੇ ਜਿਹੜਾ ਸਾਡਾ ਬਲੂਪ੍ਰਿੰਟ ਅਸੀਂ ਘੋਸ਼ਿਤ ਕਰਦੇ ਹੈਗੇ ਆ, ਉਹ ਕਿਹਨੂੰ ਕਰਦੇ ਹੈਗੇ ਆ? ਗਵਰਨਮੈਂਟ ਆਫ ਇੰਡੀਆ ਐਕਟ 1935, ਠੀਕ ਹੈ ਜੀ। ਇਹ ਤੁਹਾਡਾ ਬਹੁਤ ਬੇਸਿਕ ਚੀਜ਼ਾਂ ਨੇ, ਜਿਨ੍ਹਾਂ ਦੇ ਵਿੱਚੋਂ ਹੁਣ ਤੁਸੀਂ ਦੇਖੋ ਸਿਰਫ ਇੱਕ ਕੁਐਸਚਨ ਅਸੀਂ ਹਾਲੇ ਡਿਸਕਸ ਕੀਤਾ, ਬਟ ਉਹਦੇ ਵਿੱਚ ਕਾਫੀ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮੇਰੇ ਵੱਲੋਂ ਆਲਰੇਡੀ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ। ਦੈਨ ਬੇਟਾ ਸਾਡੇ ਕੋਲ ਇੱਕ ਹੋਰ ਹੈਗਾ ਗਵਰਨਮੈਂਟ ਆਫ ਇੰਡੀਆ ਐਕਟ 1919, ਠੀਕ ਹੈ। ਇਹ ਵੀ ਕਾਫੀ ਇੰਪੋਰਟੈਂਟ ਆ। ਪਹਿਲਾਂ ਤਾਂ ਇਸ ਐਕਟ ਨੂੰ ਮੌਂਟੇਗੋ ਚੈਮਸਫੋਰਡ, ਠੀਕ ਹੈ, ਮੌਂਟੇਗੋ ਚੈਮਸਫੋਰਡ ਐਕਟ ਵੀ ਆਖਦੇ ਆ, ਚੈਮਸਫੋਰਡ ਐਕਟ ਵੀ ਆਖਦੇ ਆ। ਦੂਜੀ ਚੀਜ਼ ਜਿਹੜੀ ਤੁਸੀਂ ਇਹਦੇ ਵਿੱਚ ਧਿਆਨ ਰੱਖਣੀ ਹੈ, ਦੇਖੋ ਇੱਕ ਸਾਡੇ ਕੋਲ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਸੀ 1909 ਦਾ, ਜਿਵੇਂ ਮੈਂ ਤੁਹਾਨੂੰ ਕਨਸਟੀਟਿਊਸ਼ਨ ਵਾਲੇ ਟੌਪਿਕ ਦੇ ਵਿੱਚ ਕਰਵਾਇਆ ਵੀ ਹੋਇਆ, ਜਿਹਨੂੰ ਮੋਰਲੇਮੈਂਟੋ ਆਖਦੇ ਸੀ। ਤੇ ਇਹਦੇ ਵਿੱਚ ਜਿਹੜੇ ਮੁਸਲਿਮ ਸੀਗੇ ਉਹਨਾਂ ਨੂੰ ਅਲੱਗ ਜਿਹੜੀ ਸੀ ਇਲੈਕਟੋਰੇਟ, ਜਾਨੀ ਕਿ ਆਪਾਂ ਇਹ ਕਹੀਏ ਕਿ ਮੁਸਲਮਾਨਾਂ ਨੂੰ ਅਲੱਗ ਜਿਹੜਾ ਸੀਗਾ ਵੋਟ ਦਾ ਅਧਿਕਾਰ ਦੇ ਦਿੱਤਾ ਗਿਆ ਸੀ, ਹਨਾ, ਜਾਨੀ ਕਿ ਸੈਪਰੇਟ ਵੋਟ ਦਾ ਅਧਿਕਾਰ ਦਿੱਤਾ ਸੀ ਮੁਸਲਮਾਨਾਂ ਨੂੰ। ਜਿਹੜੀ 1919 ਦਾ ਐਕਟ ਆਇਆ, ਇਹਦੇ ਵਿੱਚ ਜਿਹੜੇ ਬਾਕੀ ਧਰਮ ਦੇ ਸੀ, ਜਿਵੇਂ ਆਪਾਂ ਇਹ ਕਹਿ ਦਈਏ ਸਿੱਖ ਹੋ ਗਏ, ਠੀਕ ਹੈ, ਸਿੱਖ ਹੋ ਗਏ, ਜਾਂ ਇੰਡੀਅਨ ਜਿਹੜੇ ਕ੍ਰਿਸਚੀਅਨ ਹੋ ਗਏ, ਇੰਡੀਅਨ ਕ੍ਰਿਸਚੀਅਨ ਸੀਗੇ, ਠੀਕ ਹੈ, ਜਾਂ ਆਪਾਂ ਕਹਿ ਦਈਏ ਐਂਗਲੋ ਇੰਡੀਅਨ ਸੀਗੇ, ਇਹਨਾਂ ਸਭ ਨੂੰ ਵੀ ਅਲੱਗ ਵੋਟ ਦਾ ਅਧਿਕਾਰ, ਜਿਹੜਾ ਅਲੱਗ ਵੋਟ ਯਾਨੀ ਸੈਪਰੇਟ ਜਿਹੜਾ ਵੋਟ ਸੀਗਾ, ਹਨਾ, ਉਹ ਅਧਿਕਾਰ ਸੀਗਾ ਜਿਹੜਾ ਉਹ ਪ੍ਰੋਵਾਈਡ ਕਰਵਾ ਦਿੱਤਾ ਗਿਆ ਸੀ, ਠੀਕ ਹੈ। ਨਾਲ ਹੀ ਜਿਹੜਾ 1919 ਦਾ ਐਕਟ ਸੀ, ਇਹਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਐਡ ਕੀਤੀ ਗਈ ਸੀਗੀ ਕਿ ਬਾਈ ਕੈਮਰਲਿਜ਼ਮ, ਯਾਨੀ ਕਿ ਦੋ ਸਦਨੀ ਮਤਲਬ ਲੋਅਰ ਹਾਊਸ ਤੇ ਅਪਰ ਹਾਊਸ ਆ ਜਿਵੇਂ, ਹਨਾ, ਉਹਨੂੰ ਇੰਟਰੋਡਿਊਸ ਕੀਤਾ ਗਿਆ ਸੀ ਕੇਂਦਰ ਦੇ ਵਿੱਚ। ਬਾਈ ਕੈਮਰਲਿਜ਼ਮ ਨੂੰ ਸੈਂਟਰ ਦੇ ਵਿੱਚ ਤੇ ਸਟੇਟ ਦੇ ਸੈਂਟਰ ਦੇ ਵਿੱਚ ਬਾਈ ਕੈਮਰਲਿਜ਼ਮ ਨੂੰ, ਅਪਰ ਹਾਊਸ ਨੂੰ ਤੇ ਲੋਅਰ ਹਾਊਸ ਨੂੰ ਇੰਟਰੋਡਿਊਸ ਕੀਤਾ ਗਿਆ। ਤੇ ਨਾਲ ਹੀ ਇੱਕ ਹੋਰ ਤੀਜੀ ਪ੍ਰੋਵੀਜ਼ਨ ਵੀ ਇਹਦੇ ਚ ਐਡ ਕੀਤੀ ਗਈ ਸੀਗੀ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1919 ਸੀਗਾ, ਉਹਦੇ ਚ ਡਾਇਰਕੀ, ਠੀਕ ਹੈ, ਡਿਊਲ ਗਵਰਨਮੈਂਟ, ਦੋਹਰੀ ਸਰਕਾਰ, ਡਿਊਲ ਗਵਰਨਮੈਂਟ ਦਾ ਜਿਹੜਾ ਸਿਸਟਮ ਸੀਗਾ ਉਹ ਕਿੱਥੇ ਲਾਗੂ ਕੀਤਾ ਗਿਆ? ਪ੍ਰਾਂਤਾਂ ਦੇ ਵਿੱਚ, ਯਾਨੀ ਕਿ ਪ੍ਰੋਵਿੰਸਸ ਦੇ ਵਿੱਚ, ਠੀਕ ਹੈ ਜੀ, ਦੋਹਰੀ ਸਰਕਾਰ। ਕਲੀਅਰ? ਤਾਂ ਇਹ ਪੁਆਇੰਟ ਤੁਸੀਂ ਧਿਆਨ ਰੱਖਣੇ ਆ। ਤੁਹਾਡਾ ਫਰਸਟ ਕੁਐਸਚਨ, ਬਟ ਆਨਸਰ ਮਿਨੀ ਕਨਸਟੀਟਿਊਸ਼ਨ ਕਿਹਨੂੰ ਆਖਦੇ ਆ? ਤਾਂ 42ਵੀਂ ਸੋਧ। ਨੈਕਸਟ ਕੁਐਸਚਨ ਆ ਬੇਟਾ ਆਪਣੇ ਕੋਲ, which of following statement is false? ਨੈਕਸਟ ਕੁਐਸਚਨ, which of following statement is false? ਤਾਂ ਸਾਡੇ ਕੋਲ ਇੱਥੇ ਫਰਸਟ ਹੈਗਾ ਆਪਣੇ ਕੋਲ ਹੈ ਕਿ ਕਿਹੜੀ ਇਹਦੇ ਵਿੱਚੋਂ ਜਿਹੜੀ ਸਟੇਟਮੈਂਟ ਹੈਗੀ ਉਹ ਗਲਤ ਆ। ਤੁਸੀਂ ਦੇਖਣਾ, ਬਲੂਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ ਇਜ਼ ਗਵਰਨਮੈਂਟ ਆਫ ਇੰਡੀਆ ਐਕਟ 1935, ਮੈਂ ਆਲਰੇਡੀ ਦੱਸਦਾ ਕਿ 1935 ਦਾ ਜਿਹੜਾ ਭਾਰਤ ਸਰਕਾਰ ਦਾ ਐਕਟ ਸੀਗਾ, ਹਨਾ, ਉਹਨੂੰ ਹੀ ਸੰਵਿਧਾਨ ਦਾ ਬਲੂਪ੍ਰਿੰਟ ਆਖਿਆ ਜਾਂਦਾ ਹੈ। ਸਟੇਟਮੈਂਟ ਬਿਲਕੁਲ ਸਹੀ ਹੈ। ਦ ਰੀਜਨਲ ਕਨਸਟੀਟਿਊਸ਼ਨ ਹੈਜ਼ 8 ਸ਼ਡਿਊਲ, ਇਹ ਗਲਤ ਆ, ਠੀਕ ਹੈ, ਇਹੀ ਸਾਡਾ ਇੱਥੇ ਆਨਸਰ ਆ। ਅਸੀਂ ਗਲਤ ਸਟੇਟਮੈਂਟ ਫਾਈਂਡ ਕਰਨੀ ਸੀ ਤਾਂ ਆਨਸਰ ਆ ਗਿਆ ਸਾਡੇ ਕੋਲ ਬੀ, ਕਿਉਂਕਿ ਜਿਹੜਾ ਓਰੀਜਨਲ ਕਨਸਟੀਟਿਊਸ਼ਨ ਸੀਗਾ ਸਾਡਾ, ਜਿਹੜਾ ਮੂਲ ਸੰਵਿਧਾਨ ਸੀ, ਜਿਹੜਾ 1950 ਨੂੰ ਲਾਗੂ ਕੀਤਾ ਗਿਆ, 26 ਜਨਵਰੀ 1950 ਨੂੰ, ਹਨਾ, ਜਿਹੜਾ ਲਾਗੂ ਕੀਤਾ ਗਿਆ, ਕਮੈਂਸਮੈਂਟ ਕੀਤੀ ਗਈ ਸੀਗੀ, ਉਹਦੇ ਸਾਡੇ ਕੋਲ 8 ਸ਼ਡਿਊਲ ਸੀਗੇ, ਠੀਕ ਹੈ, 10 ਨਹੀਂ ਸੀਗੇ, ਕਿੰਨੇ ਸੀਗੇ ਸਾਡੇ ਕੋਲ ਇਹਦੇ ਚ?
8 ਸ਼ਡਿਊਲ ਸੀ ਤਾਂ ਤੁਸੀਂ ਇਹ ਮੇਨ ਧਿਆਨ ਦੇ ਵਿੱਚ ਰੱਖਣਾ ਕਿ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਨੂੰ ਜਦੋਂ ਇਨਫੋਰਸ ਕੀਤਾ ਗਿਆ ਤਾਂ ਉਦੋਂ ਸਾਡੇ ਕੋਲ 8 ਸ਼ਡਿਊਲ ਸੀਗੇ ਨਾ ਕਿ 10 ਤੇ ਮੌਜੂਦਾ ਜੇ ਪੁੱਛਣ ਕਿੰਨੇ ਆ ਤਾਂ ਮੌਜੂਦਾ ਸਾਡੇ ਕੋਲ ਕਰੰਟ ਕਿੰਨੇ ਨੇ 12 ਠੀਕ ਹੈ ਜੀ। then next ਹੈਗਾ parliamentary system is taken from the british government ਬਿਲਕੁਲ ਸਹੀ ਹੈ british constitution ਤੋਂ british ਸੰਵਿਧਾਨ ਤੋਂ ਹੀ ਅਸੀਂ ਜਿਹੜੀ ਸੰਸਦੀ ਸਿਸਟਮ ਸੰਸਦੀ ਪ੍ਰਣਾਲੀ ਹੈਗੀ ਉਹ ਅਡਾਪਟ ਕੀਤੀ ਆ ਤੇ ਆਰਟੀਕਲ 368 ਠੀਕ ਹੈ ਇਹ ਵੀ ਇੰਪੋਰਟੈਂਟ ਆ ਬੇਟਾ ਜਿਹੜਾ ਆਰਟੀਕਲ 368 ਹੈਗਾ ਉਹਦੇ ਚ ਕੀ ਆ ਸਾਡੇ ਕੋਲ ਕਨਸਟੀਟਿਊਸ਼ਨਲ ਅਮੈਂਡਮੈਂਟ ਸੰਵਿਧਾਨ ਦੇ ਵਿੱਚ ਸੋਧ ਹੋ ਸਕਦੀ ਆ 3 ਤਰੀਕਿਆਂ ਦੇ ਨਾਲ ਹੋ ਸਕਦੀ ਹੈ ਉਹ ਸੋਧ ਠੀਕ ਹੈ ਫਲੈਕਸੀਬਲ ਆ ਇੱਕ ਸਾਡੇ ਕੋਲ ਰਿਜਿਡ ਆ ਠੀਕ ਹੈ ਕਾਫੀ ਜਿਹੜੇ ਤਿੰਨ ਮੈਥਡ ਨੇ ਜਿਹੜੇ ਤੁਸੀਂ ਕਲਾਸ ਦੇ ਵਿੱਚ ਮੇਰੇ ਨਾਲ ਕਰੋਗੇ ਤਾਂ ਜਿਹੜੇ ਸਾਡੇ ਕੋਲ 368 ਆਰਟੀਕਲ ਉਹ 3 ਤਰੀਕੇ ਦੀ ਅਕੋਰਡਿੰਗ ਜਿਹੜੀ ਹੈਗੀ ਸੰਵਿਧਾਨ ਦੇ ਵਿੱਚ ਸੋਧ ਅੱਗੇ ਜਾ ਕੇ ਪੋਸੀਬਲ ਹੈ ਤੇ ਇਹ ਜਿਹੜੀ ਸੋਧ ਦਾ ਸਿਸਟਮ ਹੈਗਾ ਸੀ ਕਿੱਥੋਂ ਅਡਾਪਟ ਕੀਤਾ ਹੈ ਸੋਧ ਕਰਨ ਦਾ ਤਰੀਕਾ ਸੀ ਕਿੱਥੋਂ ਅਡਾਪਟ ਕੀਤਾ ਹੈ ਜੀ ਸਾਊਥ ਅਫਰੀਕਾ ਤੋਂ ਠੀਕ ਹੈ ਅਸੀਂ ਕਿੱਥੋਂ ਬੋਰੋ ਕੀਤਾ ਸਾਊਥ ਅਫਰੀਕਾ ਤੋਂ ਠੀਕ ਹੈ ਕਈ ਵਾਰ ਪੁੱਛ ਲੈਂਦੇ ਆ ਕਿ 368 ਆਰਟੀਕਲ ਦਾ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਸਾਡੇ ਕੋਲ ਭਾਗ ਆ ਗਿਆ ਇਹ ਬੀ ਪਾਰਟ ਬੀ ਮਾ ਠੀਕ ਹੈ ਆਰਟੀਕਲ 368 ਸੋਧ ਦੇ ਨਾਲ ਰਿਲੇਟ ਕਰਦਾ नेक्स्ट क्वेश्चन है बेटा अपने कोल which of following is not matched correctly ठीक है इना चो केड़ा करेक्टली मैच नहीं करता देखो राइट टू इक्वालिटी साडे कोल केड़े आर्टिकल दे विच हैगा ਤਾਂ ਸਾਡੇ ਕੋਲ आर्टिकल 14 to 18 ਬਿਲਕੁਲ ਸਹੀ ਆ 14 ਤੋਂ 18 ਦੇ ਵਿੱਚ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਇਹ ਸਹੀ ਸਟੇਟਮੈਂਟ ਹੈ ਅਸੀਂ ਇਹਦੇ ਚੋਂ ਗਲਤ ਜਿਹੜਾ ਮੈਚ ਆ ਉਹ ਦੇਖਣਾ ਰਾਈਟ ਅਗੇਂਸਟ ਐਕਸਪਲੋਟੇਸ਼ਨ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਬੇਟਾ ਸਾਡੇ ਕੋਲ ਕਿਹੜੇ ਆਰਟੀਕਲ ਦੇ ਵਿੱਚ ਹੈਗਾ 23 ਤੇ 24 ਦੇ ਵਿੱਚ ਠੀਕ ਹੈ 23 ਤੇ 24 ਦੇ ਵਿੱਚ ਆ 23 ਦੇ ਵਿੱਚ ਜਿਹੜਾ ਹੈਗਾ ਪ੍ਰੋਹਿਬਿਸ਼ਨ ਲਾਈ ਗਈ ਹੈਗੀ ਆ ਹਿਊਮਨ ਟ੍ਰੈਫਿਕਿੰਗ ਦੇ ਉੱਪਰ ਮਤਲਬ ਮਾਨਵ ਦੀ ਜਿਹੜੀ ਆਪਾਂ ਕਹੀਏ ਮਨੁੱਖ ਦੀ ਜਿਹੜੀ ਵਪਾਰ ਹੈਗਾ ਉਹਦੇ ਉੱਪਰ ਰੋਕ ਲਾਈ ਗਈ ਆ ਤੇ ਨਾਲ ਹੀ ਜਿਹੜੀ ਫੋਰਸਡ ਲੇਬਰ ਹੈਗੀ ਆ ਹਨਾ ਫੋਰਸਡ ਲੇਬਰ ਜਾਨੀ ਕਿ ਤੁਸੀਂ ਕਿਸੇ ਤੋਂ ਵੀ ਜਬਰੀ ਮਜ਼ਦੂਰੀ ਨਹੀਂ ਕਰਵਾ ਸਕਦੇ ਉਹਦੇ ਨਾਲ ਰਿਲੇਟ ਕਰਦਾ ਸਾਡਾ ਆਰਟੀਕਲ 23 ਠੀਕ ਹੈ ਤੇ ਨਾਲ ਹੀ ਜਿਹੜਾ ਸਾਡੇ ਕੋਲ ਆਰਟੀਕਲ 24 ਹੈਗਾ ਆਰਟੀਕਲ 24 ਡੀਲ ਕਰਦਾ ਹੈਗਾ ਆਪਣੇ ਕੋਲ ਕਿਹਦੇ ਨਾਲ ਰਿਲੇਟ ਕਰਦਾ ਜੀ ਕਿ ਜਿਹੜੀ ਚਾਈਲਡ ਲੇਬਰ ਹੈਗੀ ਉਹਦੇ ਉੱਪਰ ਪ੍ਰੋਹਿਬਿਸ਼ਨ ਲਾਈ ਗਈ ਆ ਚਾਈਲਡ ਲੇਬਰ ਜਾਨੀ ਕਿ 14 ਸਾਲ ਤੋਂ ਛੋਟੀ ਉਮਰ ਦਾ ਕੋਈ ਵੀ ਬੱਚਾ ਜਿਹੜਾ ਹੈਗਾ ਉਹਨੂੰ ਉਹ ਫੈਕਟਰੀਜ਼ ਦੇ ਵਿੱਚ ਜਿਹੜੇ ਡੇਂਜਰਸ ਏਰੀਆਸ ਹੈਗੇ ਨੇ ਹਜ਼ਾਰਡਸ ਵਰਕਸ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਆਪਣੇ ਖਤਰਨਾਕ ਨੇ ਆਪਣੇ ਨੇਚਰ ਤੋਂ ਉਹਨਾਂ ਦੇ ਵਿੱਚ ਉਹਨਾਂ ਦੇ ਕੰਮ ਕਰਨ ਦੇ ਉੱਪਰ ਰੋਕ ਲਾਈ ਗਈ ਆ ਕਿੰਨੀ ਉਮਰ 14 ਸਾਲ ਤੋਂ ਘੱਟ ਠੀਕ ਹੈ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤਾਂ ਸਾਡੇ ਕੋਲ ਆਰਟੀਕਲ ਜਿਹੜਾ ਹੈਗਾ 23 ਤੇ 24 ਡੀਲ ਕਰਦਾ ਹੈਗਾ ਸ਼ੋਸ਼ਣ ਵਿਰੁੱਧ ਅਧਿਕਾਰ ਠੀਕ ਹੈ ਰਾਈਟ ਅਗੇਂਸਟ ਐਕਸਪਲੋਟੇਸ਼ਨ ਕਲੀਅਰ ਜੀ ਨੈਕਸਟ ਬੇਟਾ ਇੱਥੇ ਜਿਹੜੀ ਸਾਡੇ ਕੋਲ 20 to 22 ਦਿੱਤਾ ਹੋਇਆ ਹੈ ਨਾ ਸਾਡੇ ਕੋਲ ਜਿਹੜਾ 19 to 22 ਆਰਟੀਕਲ ਹੈਗੇ ਆ ਤੁਹਾਨੂੰ ਸਭ ਨੂੰ ਕਲੀਅਰ ਹੋਊਗਾ ਸਾਡੇ ਕੋਲ ਰਾਈਟ ਟੂ ਫਰੀडम ਦੇ ਨਾਲ ਡੀਲ ਕਰਦੇ ਆ ਰਾਈਟ ਟੂ ਫਰੀडम ਯਾਨੀ ਕਿ ਸੁਤੰਤਰਤਾ ਦਾ ਅਧਿਕਾਰ ਕਲੀਅਰ ਤਾਂ ਸਾਡੇ ਕੋਲ ਇੱਥੇ ਜਿਹੜੀ ਰੋਂਗ ਮੈਚ ਹੈਗਾ ਉਹ ਕਿਹੜਾ ਹੈਗਾ ਰਾਈਟ ਅਗੇਂਸਟ ਐਕਸਪਲੋਟੇਸ਼ਨ ਕਿਉਂਕਿ ਇੱਥੇ ਸਾਡਾ ਆਨਸਰ ਆਉਣਾ ਚਾਹੀਦਾ ਸੀ 23 ਤੇ 24 ਨੈਕਸਟ ਸਲਾਈਡ ਨੂੰ ਡਾਊਨ ਕਰਦੇ ਆ ਰਾਈਟ ਟੂ ਰਿਲੀਜੀਅਸ ਫਰੀडम ਇਹ ਤੁਹਾਨੂੰ ਸਭ ਨੂੰ ਕਲੀਅਰ ਹੋਊਗਾ 25 ਤੋਂ 28 ਠੀਕ ਹੈ 25 ਤੋਂ 28 ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਫ੍ਰੀ ਕਿਸੇ ਵੀ ਧਰਮ ਨੂੰ ਮੰਨਣ ਦੇ ਨਾਲ ਰਿਲੇਟਡ ਜਿਹੜੇ ਅਧਿਕਾਰ ਦਿੱਤੇ ਗਏ ਨੇ 25 ਤੋਂ 28 ਦੇ ਵਿੱਚ ਦਿੱਤੇ ਗਏ ਨੇ ਤੇ ਰਾਈਟ ਟੂ ਕਲਚਰਲ ਐਂਡ ਐਜੂਕੇਸ਼ਨਲ ਫਰੀडम ਸੱਭਿਆਚਾਰਕ ਤੇ ਸਿੱਖਿਅਕ ਜਿਹੜੀ ਹੈਗੀ ਆ ਸੁਤੰਤਰਤਾ ਹੈ 29 ਤੇ 30 ਦੇ ਵਿੱਚ ਮਾਈਨੋਰਿਟੀਜ਼ ਦੇ ਲਈ ਠੀਕ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਸੱਭਿਆਚਾਰ ਦੇ ਖੇਤਰ ਦੇ ਵਿੱਚ ਵੀ ਉਹ ਜਿਹੜੇ ਨੇ ਆਰਟੀਕਲ 29 ਤੇ 30 ਠੀਕ ਹੈ ਜੀ ਤੁਹਾਡੇ ਫੰਡਾਮੈਂਟਲ ਰਾਈਟਸ ਦੇ ਵਿੱਚ ਪੂਰਾ ਐਕਸਪਲੇਨ ਕੀਤਾ ਹੋਇਆ ਟੌਪਿਕ नेक्स्ट बेटा अपने को क्वेश्चन हैगा द आइडिया ऑफ कनकरेंट इज इन द इंडियन कॉन्स्टिट्यूशन इज टेकन फ्रॉम द कॉन्स्टिट्यूशन ऑफ डैश ठीक है ਤਾਂ ਕਿਹੜੇ ਕਨਸਟੀਟਿਊਸ਼ਨ ਤੋਂ ਕਹਿੰਦੇ ਅਸੀਂ ਜਿਹੜਾ ਕਨਕਰੈਂਟ ਲਿਸਟ ਦਾ ਆਈਡੀਆ ਲਿਆ ਹੋਇਆ ਬੇਟਾ ਦੇਖੋ ਤੁਹਾਨੂੰ ਸਭ ਨੂੰ ਪਤਾ ਹੋਊਗਾ ਤੁਸੀਂ ਮੇਰੇ ਨਾਲ ਕਰ ਚੁੱਕੇ ਹੋ ਇੱਕ ਸਾਡੇ ਕੋਲ ਯੂਨੀਅਨ ਜਦੋਂ ਅਸੀਂ ਸੈਂਟਰ ਸਟੇਟ ਰਿਲੇਸ਼ਨਸ਼ਿਪ ਕਰਦੇ ਆ ਤੇ ਇੱਕ ਯੂਨੀਅਨ ਲਿਸਟ ਹੈਗੀ ਆ ਠੀਕ ਹੈ ਜੀ ਇੱਕ ਸਾਡੇ ਕੋਲ ਸਟੇਟ ਲਿਸਟ ਹੈਗੀ ਆ ਠੀਕ ਹੈ ਜੀ ਤੇ ਇੱਕ ਸਾਡੇ ਕੋਲ ਕਨਕਰੈਂਟ ਲਿਸਟ ਹੈਗੀ ਆ ਕਨਕਰੈਂਟ ਲਿਸਟ ਹੈਗੀ ਆ ਸਮਵਰਤੀ ਸੂਚੀ ਪੰਜਾਬੀ ਦੇ ਵਿੱਚ ਅਸੀਂ ਆਖਦੇ ਆ ਸਮਵਰਤੀ ਸੂਚੀ ਠੀਕ ਹੈ यूनियन लिस्ट ਜਿਹਦੇ ਵਿੱਚ 100 ਵਿਸ਼ੇ ਸ਼ਾਮਲ ਨੇ 100 ਸਬਜੈਕਟ ਸ਼ਾਮਲ ਨੇ ਜਿਨ੍ਹਾਂ ਦੇ ਉੱਪਰ ਕਾਨੂੰਨ ਕੌਣ ਬਣਾਊਗਾ ਸੈਂਟਰ ਸਟੇਟ ਲਿਸਟ ਜਿਹਦੇ ਵਿੱਚ ਸਾਡੇ ਕੋਲ ਟੋਟਲ 61 ਨੀਅਰ ਅਬਾਊਟ 61 ਵਿਸ਼ੇ ਨੇ ਠੀਕ ਹੈ ਜਿਨ੍ਹਾਂ ਦੇ ਉੱਪਰ ਕੌਣ ਕਾਨੂੰਨ ਬਣਾਉਣਗੇ ਰਾਜ ਤੇ ਕਨਕਰੈਂਟ ਲਿਸਟ ਦੇ ਵਿੱਚ ਟੋਟਲ ਸਾਡੇ ਕੋਲ 52 ਵਿਸ਼ੇ ਨੇ ਜਿਨ੍ਹਾਂ ਦੇ ਉੱਪਰ ਸੈਂਟਰ ਵੀ ਤੇ ਸਟੇਟ ਵੀ ਦੋਨੋਂ ਹੀ ਕਾਨੂੰਨ ਬਣਾ ਸਕਦੇ ਨੇ ਬਟ ਜਿਹੜੀ ਅਸੀਂ ਕਨਕਰੈਂਟ ਲਿਸਟ ਹੈਗੀ ਆ ਕਿ ਹੋਊਗੀ ਕਿੱਥੋਂ ਆਈਡੀਆ ਲਿਆ ਹੋਇਆ ਬੇਟਾ ਬਹੁਤ ਇੰਪੋਰਟੈਂਟ ਆ ਤਾਂ ਕਨਕਰੈਂਟ ਦਾ ਆਈਡੀਆ ਸੀ ਲਿਆ ਹੋਇਆ ਆਸਟ੍ਰੇਲੀਆ ਤੋਂ ਠੀਕ ਹੈ ਆਸਟ੍ਰੇਲੀਆ ਤੋਂ
ਇੱਥੇ ਵੀ ਧਿਆਨ ਦੇ ਵਿੱਚ ਰੱਖਿਓ ਆਸਟ੍ਰੇਲੀਆ ਤੋਂ ਹੋਰ ਅਸੀਂ ਕਿਹੜੀ ਚੀਜ਼ ਲਈ ਹੋਈ ਹੈ, ਇੱਕ ਲੈਂਗੁਏਜ ਆਫ ਪ੍ਰੈਂਬਲ, ਠੀਕ ਹੈ, ਸੰਵਿਧਾਨ ਦੀ ਪ੍ਰਸਤਾਵਨਾ ਦੀ ਜਿਹੜੀ ਲੈਂਗੁਏਜ ਆ, ਠੀਕ ਹੈ, ਲੈਂਗੁਏਜ ਆਫ ਪ੍ਰੈਂਬਲ। ਇੱਥੇ ਉਲਝ ਨਾ ਜਾਇਓ, ਹੁਣ ਇੱਕ ਕੁਐਸਚਨ ਹੁੰਦਾ ਪ੍ਰੈਂਬਲ ਅਸੀਂ ਕਿੱਥੋਂ ਲਿਆ ਹੋਇਆ, ਪ੍ਰਸਤਾਵਨਾ ਹੋਊਗੀ ਸੰਵਿਧਾਨ ਦੀ ਅਸੀਂ ਲਿਆ ਹੋਇਆ USA ਤੋਂ, ਬਟ ਲੈਂਗੁਏਜ ਕਿਹੜੀ ਹੋਊਗੀ ਅਸੀਂ ਕਿੱਥੋਂ ਲਿਆ ਹੋਇਆ ਬੇਟਾ, ਆਸਟ੍ਰੇਲੀਆ ਤੋਂ, ਠੀਕ ਹੈ ਜੀ। ਨਾਲ ਹੀ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਆ ਜੁਆਇੰਟ ਸਿਟਿੰਗ, ਜੁਆਇੰਟ ਸਿਟਿੰਗ, ਠੀਕ ਹੈ, ਸਾਂਝਾ ਅਧਿਵੇਸ਼ਨ ਤੁਹਾਨੂੰ ਸਭ ਨੂੰ ਪਤਾ ਲੋਕ ਸਭਾ ਰਾਜ ਸਭਾ ਦੀ ਜੇ ਨਹੀਂ ਆਪਸ ਦੇ ਵਿੱਚ ਹੈ ਨਾ ਪ੍ਰੋਪਰ ਸਿਟਿੰਗ ਬੈਠਦੀ ਤਾਂ ਉਸ ਕੇਸ ਦੇ ਵਿੱਚ ਫਿਰ ਪ੍ਰੈਜ਼ੀਡੈਂਟ ਜਿਹੜਾ ਹੈਗਾ ਜੁਆਇੰਟ ਸਿਟਿੰਗ ਬੁਲਾ ਸਕਦਾ। ਤੇ ਅਸੀਂ ਕਿੱਥੋਂ ਆਈਡੀਆ ਲਿਆ ਹੋਇਆ, ਇਹ ਵੀ ਅਸੀਂ ਆਈਡੀਆ ਕਿੱਥੋਂ ਲਿਆ ਹੋਇਆ ਬੇਟਾ ਆਸਟ੍ਰੇਲੀਆ ਤੋਂ। ਤਾਂ ਆਸਟ੍ਰੇਲੀਆ 'ਚ 3 ਪੁਆਇੰਟ ਯਾਦ ਰੱਖਣੇ ਨੇ, ਕਨਕਰੈਂਟ ਲਿਸਟ, ਲੈਂਗੁਏਜ ਆਫ ਪ੍ਰੈਂਬਲ ਤੇ ਜੁਆਇੰਟ ਸਿਟਿੰਗ, ਇਹ 3 ਚੀਜ਼ਾਂ ਅਸੀਂ ਕਿੱਥੋਂ ਲਈਆਂ ਹੋਈਆਂ ਨੇ ਜੀ, ਆਸਟ੍ਰੇਲੀਆ ਤੋਂ। ਬਾਕੀ ਮੈਂ ਇੱਥੇ ਕਲੀਅਰ ਕਰ ਦਿੰਨੀ ਆ। ਜਿਹੜੀ ਸਾਡੇ ਕੋਲ ਆਇਰਲੈਂਡ ਹੈਗਾ, ਤਾਂ ਆਇਰਲੈਂਡ ਤੋਂ ਬੇਟਾ ਅਸੀਂ ਇਲੈਕਸ਼ਨ ਪ੍ਰੋਸੀਜਰ, ਜਿਹੜਾ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਪ੍ਰੋਸੀਜਰ ਹੈਗਾ ਕਿਹਦਾ ਜੀ, ਪ੍ਰੈਜ਼ੀਡੈਂਟ ਦਾ, ਉਹ ਅਸੀਂ ਆਇਰਲੈਂਡ ਤੋਂ ਲਿਆ ਹੋਇਆ। ਨਾਲ ਹੀ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹ ਰਾਜ ਸਭਾ ਦੇ ਵਿੱਚ ਹੈ ਨਾ, ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨੋਮੀਨੇਟ ਕਰਦਾ ਜੀ, 12 ਮੈਂਬਰ, ਠੀਕ ਹੈ। 12 ਮੈਂਬਰ ਜਿਹੜੇ ਰਾਸ਼ਟਰਪਤੀ ਵੱਲੋਂ ਨੋਮੀਨੇਟ ਕੀਤੇ ਜਾਂਦੇ ਨੇ, ਉਹ ਆਈਡੀਆ ਵੀ ਅਸੀਂ ਕਿੱਥੋਂ ਲਿਆ ਹੋਇਆ ਜੀ, ਉਹ ਵੀ ਆਇਰਲੈਂਡ ਤੋਂ ਲਿਆ ਹੋਇਆ। ਵੈਰੀ ਵੈਰੀ ਇੰਪੋਰਟੈਂਟ, ਇਹਨੂੰ ਕੋਡ ਕਰ ਲਓ। ਜਿਹੜੀ ਸਾਡੇ ਕੋਲ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਨਿਰਦੇਸ਼ ਦੀ ਨੀਤੀ ਦੇ ਦੇਸ਼ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਪੰਜਾਬੀ ਦੇ ਵਿੱਚ, ਤਾਂ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਵੀ ਅਸੀਂ ਕਿੱਥੋਂ ਲਿਆ ਹੋਇਆ ਜੀ, ਆਇਰਲੈਂਡ ਤੋਂ। ਕਲੀਅਰ। ਨੈਕਸਟ ਸਾਡੇ ਕੋਲ ਬੇਟਾ ਇੱਥੇ ਕੈਨੇਡਾ ਤੋਂ ਜੇ ਪੁੱਛਣ ਤਾਂ ਕੈਨੇਡਾ ਤੋਂ ਤੁਸੀਂ ਕੀ ਲਿਆ ਹੋਇਆ, ਪੋਸੀ ਫੈਡਰਲ ਸਿਸਟਮ ਜੋ ਸਾਡਾ ਹੈਗਾ। ਸਾਡੇ ਦੇਸ਼ ਦੇ ਵਿੱਚ ਫੈਡਰਲ ਸਿਸਟਮ ਆ, ਸੰਘੀ ਪ੍ਰਣਾਲੀ ਆ, ਬਟ ਸੰਘੀ ਪ੍ਰਣਾਲੀ ਦੇ ਵਿੱਚ ਸੈਂਟਰ ਸਟਰੋਂਗ ਆ, ਠੀਕ ਹੈ, ਸੈਂਟਰ ਕੋਲ ਪਾਵਰ ਜ਼ਿਆਦਾ ਨੇ। ਬਜਟ ਦੇ ਲਈ ਜਿਹੜੀਆਂ ਸਟੇਟਾਂ ਡਿਪੈਂਡ ਕਰਦੀਆਂ ਨੇ, ਫੰਡਿੰਗ ਦੇ ਲਈ ਸੈਂਟਰ ਉੱਪਰ ਡਿਪੈਂਡ ਕਰਦੀਆਂ ਨੇ, ਐਮਰਜੈਂਸੀ ਪਾਵਰ ਪ੍ਰੈਜ਼ੀਡੈਂਟ ਦੇ ਕੋਲ ਆ, ਤੇ ਸਾਰੇ ਫੀਚਰ ਜਿਹੜੇ ਹੈਗੇ ਸੈਂਟਰ ਨੂੰ ਸਟਰੋਂਗ ਕਰਦੇ ਆ। ਤਾਂ ਇਹ ਜਿਹੜਾ ਸਿਸਟਮ ਹੈ ਕਿ ਫੈਡਰਲ ਹੋਊਗਾ ਬਟ ਸਟਰੋਂਗ ਕੌਣ ਹੋਊਗਾ, ਸੈਂਟਰ ਹੋਊਗਾ। ਅਸੀਂ ਕਿੱਥੋਂ ਲਿਆ ਹੋਇਆ, ਕੈਨੇਡਾ ਤੋਂ, ਠੀਕ ਹੈ ਜੀ। ਨਾਲ ਹੀ ਵੈਰੀ ਵੈਰੀ ਇੰਪੋਰਟੈਂਟ ਬੇਟਾ ਰੈਜ਼ੀਡੂਅਲ ਪਾਵਰ, ਜਿਵੇਂ ਉੱਪਰ ਕਰਵਾਈਆਂ ਸੀ, ਇੱਕ ਯੂਨੀਅਨ ਲਿਸਟ ਹੈਗੀ ਆ ਹਨਾ, ਇੱਕ ਸਾਡੇ ਕੋਲ ਯੂਨੀਅਨ ਲਿਸਟ ਆ, ਇੱਕ ਸਾਡੇ ਕੋਲ ਸਟੇਟ ਲਿਸਟ ਆ ਜਿਹਦੇ ਚ 61 ਵਿਸ਼ੇ ਨੇ, ਯੂਨੀਅਨ ਲਿਸਟ ਦੇ ਵਿੱਚ 100 ਵਿਸ਼ੇ ਨੇ ਹਨਾ। ਸੇਮ ਸਾਡੇ ਕੋਲ ਕੌਨਕਰੈਂਟ ਆ ਜਿਹਦੇ ਸਾਡੇ ਕੋਲ 52 ਸਬਜੈਕਟਸ ਨੇ। ਇਹਨਾਂ ਦੇ ਵਿੱਚ ਜਿਹੜੇ ਸਬਜੈਕਟ ਐਡ ਨੇ, ਠੀਕ ਹੈ, ਇਹਦੇ ਚ ਜੋ ਵੀ ਸਬਜੈਕਟ ਐਡ ਨੇ ਇਹਨਾਂ ਨੂੰ ਛੱਡ ਕੇ ਜੋ ਬਾਕੀ ਬਚ ਗਏ, ਠੀਕ ਹੈ, ਬਾਕੀ ਬਚੇ ਮਤਲਬ ਬਾਕੀ ਜਿਹੜੀਆਂ ਬਚੀਆਂ ਸ਼ਕਤੀਆਂ ਹੈਗੀਆਂ ਉਹਨਾਂ ਨੂੰ ਆਖਦੇ ਅਸੀਂ ਰੈਜ਼ੀਡੂਅਲ ਪਾਵਰਸ, ਠੀਕ ਹੈ। ਯਾਨੀ ਆਪਾਂ ਇਹ ਕਹਿ ਦਈਏ ਕਿ ਜਿਹੜੇ ਵਿਸ਼ੇ ਨਾ ਤਾਂ ਯੂਨੀਅਨ ਲਿਸਟ ਚ ਸ਼ਾਮਲ ਆ, ਨਾ ਸਟੇਟ ਚ ਸ਼ਾਮਲ ਆ, ਨਾ ਕਨਕਰੈਂਟ ਦੇ ਵਿੱਚ ਸ਼ਾਮਲ ਆ, ਤਾਂ ਸਾਰੇ ਰੈਜ਼ੀਡੂਅਲ ਪਾਵਰ ਦੇ ਅੰਡਰ ਰੱਖੇ ਜਾਂਦੇ ਨੇ। ਤੇ ਰੈਜ਼ੀਡੂਅਲ ਪਾਵਰ ਸਿਰਫ ਕਿਹਦੇ ਕੋਲ ਹੈਗੀ ਆ, ਸੈਂਟਰ ਦੇ ਕੋਲ। ਜਿਵੇਂ ਆਪਾਂ ਕਹਿ ਦਈਏ ਸਾਈਬਰ ਦੇ ਨਾਲ ਰਿਲੇਟਡ ਹੈਗੇ ਨੇ ਕੁਝ ਰਾਈਟਸ, ਤਾਂ ਉਹ ਸਾਰੇ ਸਿਰਫ ਕਿਹਦੇ ਕੋਲ ਨੇ, ਸੈਂਟਰ ਉਹਨਾਂ ਦੇ ਉੱਪਰ ਕਾਨੂੰਨ ਬਣਾ ਸਕਦਾ ਹੈ। ਤਾਂ ਕੀ ਹੁੰਦੀ ਹੈ ਜੀ, ਰੈਜ਼ੀਡੂਅਲ ਪਾਵਰ ਆ। ਸਾਡੇ 248 ਆਰਟੀਕਲ ਦੇ ਵਿੱਚ ਇਹਦੇ ਬਾਰੇ ਦੱਸਿਆ ਗਿਆ, ਠੀਕ ਹੈ। ਤਾਂ ਇਹ ਅਸੀਂ ਕੈਨੇਡਾ ਤੋਂ ਹੀ ਲਈ ਹੋਈ ਹੈ। ਨਾਲ ਬਹੁਤ ਹੀ ਇੰਪੋਰਟੈਂਟ ਇੱਕ ਹੋਰ ਚੀਜ਼ ਜਿਹੜੀ ਅਸੀਂ ਕੈਨੇਡਾ ਤੋਂ ਲਈ ਹੋਈ ਹੈ ਬੇਟਾ, ਹੈਗੀ ਆ ਐਡਵਾਈਜ਼ਰੀ ਯੂਰੀਡਿਕਸ਼ਨ, ਠੀਕ ਹੈ। ਐਡਵਾਈਜ਼ਰੀ ਯੂਰੀਡਿਕਸ਼ਨ, ਸਲਾਹਕਾਰ ਦੀ ਜਿਹੜੀ ਅਧਿਕਾਰ ਹੈਗਾ, ਸਲਾਹਕਾਰੀ ਅਧਿਕਾਰ ਤੁਸੀਂ ਆਖ ਸਕਦੇ ਹੋ। ਜੂਰਿਸਡਿਕਸ਼ਨ ਆਰਟੀਕਲ ਸਾਡੇ ਕੋਲ 143 ਹੈ। ਮੈਂ ਤੁਹਾਨੂੰ ਪ੍ਰੈਜ਼ੀਡੈਂਟ ਦੇ ਅੰਡਰ ਵੀ ਸਭ ਕੁਝ ਕਰਵਾ ਚੁੱਕੀ ਹਾਂ, ਸੁਪਰੀਮ ਕੋਰਟ ਦੇ ਅੰਡਰ ਕਰਵਾ ਚੁੱਕੀ ਹਾਂ। ਸਲਾਹਕਾਰੀ ਸ਼ਕਤੀ ਆ, ਜਾਨੀ ਕਿ ਰਾਸ਼ਟਰਪਤੀ ਜਦੋਂ ਚਾਹੇ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈਗਾ, ਠੀਕ ਹੈ, ਤਾਂ ਐਡਵਾਈਸ ਲੈ ਸਕਦਾ, ਉਹਦੇ ਨਾਲ ਲੇਟ ਹੀ ਕਰਦੀ ਹੈ ਸਾਡੀ ਐਡਵਾਈਜ਼ਰੀ ਯੂਰੀਡਿਕਸ਼ਨ। ਤਾਂ ਸਲਾਹਕਾਰ ਦੀ ਜਿਹੜੀ ਸ਼ਕਤੀ ਉਹ ਵੀ ਅਸੀਂ ਕਿੱਥੋਂ ਲਈ ਹੈਗੀ ਆ, ਕੈਨੇਡਾ ਤੋਂ। USA ਬਹੁਤ ਹੀ ਇੰਪੋਰਟੈਂਟ, ਸਾਡਾ ਸੰਵਿਧਾਨ ਰਿਟਨ ਫਾਰਮ ਦੇ ਵਿੱਚ ਹੋਊਗਾ, ਲਿਖਤੀ ਸੰਵਿਧਾਨ ਹੋਊਗਾ, ਠੀਕ ਹੈ ਜੀ। ਸਾਡੀ ਜਿਹੜੀ ਹੈਗੀ ਆ ਫੰਡਾਮੈਂਟਲ ਰਾਈਟਸ ਨੇ, ਜੋ ਮੌਲਿਕ ਸਾਡੇ ਅਧਿਕਾਰ ਨੇ, ਠੀਕ ਹੈ। ਜਾਂ ਅਸੀਂ ਇਹ ਕਹਿ ਦਈਏ ਜਿਹੜਾ ਪ੍ਰੈਜ਼ੀਡੈਂਟ ਦਾ ਅਹੁਦਾ ਹੋਊਗਾ, ਪ੍ਰੈਜ਼ੀਡੈਂਟ ਦਾ ਅਹੁਦਾ ਹੋਊਗਾ, ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਹੋਊਗੀ, ਠੀਕ ਹੈ, ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਹੋਊਗੀ। ਜਾਂ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਹੈਗਾ, ਉਹਦੀ ਰਿਮੂਵਲ ਪ੍ਰੋਸੈਸ ਹੈਗੀ ਆ। ਜਾਂ ਆਪਾਂ ਇਹ ਕਹਿ ਦਈਏ ਕਿ ਸਾਡੀ ਜਿਹੜੀ ਜੁਡੀਸ਼ਰੀ ਹੈਗੀ ਆ, ਸੁਪਰੀਮ ਕੋਰਟ ਹੈਗਾ ਨਾ, ਸੁਪਰੀਮ ਕੋਰਟ ਆ, ਕਿ ਉਹਦੇ ਚ ਇੰਡੀਪੈਂਡੈਂਟ ਹੋਊਗਾ ਸਾਡਾ ਸੁਪਰੀਮ ਕੋਰਟ ਦੇ ਅੰਡਰ। ਸਾਡੀ ਜਿਹੜੀ ਜੁਡੀਸ਼ਰੀ ਆ ਉਹ ਸਾਰੀ ਇੰਡੀਪੈਂਡੈਂਟ ਆ, ਠੀਕ ਹੈ। ਸਾਡੇ ਸੰਵਿਧਾਨ ਦਾ ਜਿਹੜਾ ਪ੍ਰੀਐਮਬਲ ਆ, ਪ੍ਰਸਤਾਵਨਾ ਹੈਗੀ ਆ, ਪ੍ਰਸਤਾਵਨਾ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੇ ਨਾਲ ਹੀ ਬਹੁਤ ਹੀ ਇੰਪੋਰਟੈਂਟ ਬੇਟਾ, ਇੱਕ ਸੁਪਰੀਮ ਕੋਰਟ ਦੇ ਕੋਲ ਜਾਂ ਹਨਾ ਇੱਕ ਮੇਨ ਪਾਵਰ ਹੈਗੀ ਹੈ, ਜੁਡੀਸ਼ਰੀ ਦੇ ਕੋਲ ਮੇਨ ਪਾਵਰ ਹੈਗੀ ਉਹ ਹੈਗਾ ਜੁਡੀਸ਼ੀਅਲ ਰਿਵਿਊ, ਠੀਕ ਹੈ। ਜੁਡੀਸ਼ੀਅਲ ਰਿਵਿਊ ਇਹ ਮੈਂ ਤੁਹਾਨੂੰ ਕਰਵਾਇਆ ਹੋਇਆ ਕਲਾਸ ਦੇ ਵਿੱਚ ਸਾਰਾ ਕੁਝ, ਠੀਕ ਹੈ। ਜੁਡੀਸ਼ੀਅਲ ਰਿਵਿਊ ਤਾਂ ਇਹ ਵੀ ਮੇਨ ਪਾਵਰ ਅਸੀਂ USA ਤੋਂ ਹੀ ਲਈ ਹੋਈ ਹੈ। ਤੇ ਜਿਹੜਾ ਕੁਝ ਵੀ ਇਹਨਾਂ 4 ਦੇਸ਼ਾਂ ਤੋਂ ਲਿਆ ਸੀ, ਮੈਂ ਤੁਹਾਨੂੰ ਆਲਮੋਸਟ ਇੰਪੋਰਟੈਂਟ ਜਿਹੜਾ ਹੈਗਾ ਉਹ ਡਿਫਾਈਨ ਕਰਤਾ। ਤਾਂ ਕਨਕਰੈਂਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ ਕਿੱਥੋਂ ਲਿਆ ਜੀ, ਆਸਟ੍ਰੇਲੀਆ ਤੋਂ, ਠੀਕ ਹੈ ਜੀ। ਨੈਕਸਟ ਬੇਟਾ ਆਪਣੇ ਕੋਲ ਹੈ 7th ਸ਼ਡਿਊਲ ਇਜ਼ ਕੰਸਰਨਡ ਵਿਦ, ਤਾਂ ਜਿਹੜਾ ਸਾਡੇ ਕੋਲ 7ਵਾਂ ਸ਼ਡਿਊਲ ਹੈ,
7ਵਾਂ ਸ਼ਡਿਊਲ 7ਵੀਂ ਅਨੁਸੂਚੀ ਕਿਹਦੇ ਨਾਲ ਸੰਬੰਧਿਤ ਹੈ? ਠੀਕ ਹੈ, ਬਹੁਤ ਬੇਸਿਕ ਆ। ਤਾਂ ਸਾਡੇ ਕੋਲ ਜਿਹੜੀ 7ਵੀਂ ਅਨੁਸੂਚੀ ਹੈਗੀ ਉਹ ਕਿਹਦੇ ਨਾਲ ਰਿਲੇਟ ਕਰਦੀ ਹੈ ਬੇਟਾ? ਪਾਰਟੀਸ਼ਨ ਆਫ ਪਾਵਰ ਬਿਟਵੀਨ ਸੈਂਟਰ ਐਂਡ ਸਟੇਟ। ਸੈਂਟਰ ਤੇ ਸਟੇਟ ਦੇ ਜਿਹੜੇ ਰਿਲੇਸ਼ਨ ਹੈਗੇ ਆ ਐਡਮਿਨਿਸਟ੍ਰੇਟਿਵ ਫੀਲਡ ਦੇ ਵਿੱਚ, ਜਾਂ ਆਪਾਂ ਕਹਿ ਦਈਏ ਫਾਈਨੈਂਸ਼ੀਅਲ ਫੀਲਡ ਦੇ ਵਿੱਚ, ਜਾਂ ਲੈਜਿਸਲੇਟਿਵ ਫੀਲਡ ਦੇ ਵਿੱਚ, ਉਹ ਸਾਰੇ ਜਿਹੜੇ ਸੰਬੰਧ ਹੈਗੇ ਨੇ, ਜਾਂ ਆਪਾਂ ਕਹਿ ਦਈਏ ਪਾਵਰ ਆਫ ਡਿਵੀਜ਼ਨ ਆ, ਹਨਾ, ਸ਼ਕਤੀਆਂ ਦੀ ਵੰਡ ਕੀਤੀ ਹੋਈ ਆ। ਤਾਂ ਉਹ ਸਾਰੇ ਚੀਜ਼ ਨੂੰ ਡਿਫਾਈਨ ਕਿਹੜੇ ਸ਼ਡਿਊਲ ਦੇ ਅੰਡਰ ਕੀਤਾ ਗਿਆ ਹੈਗਾ ਬੇਟਾ? 7th ਸ਼ਡਿਊਲ ਦੇ ਅੰਡਰ। ਤਾਂ ਤੁਹਾਡਾ ਆਨਸਰ ਕੀ ਹੋ ਗਿਆ? 7th ਸ਼ਡਿਊਲ। ਠੀਕ ਹੈ, ਤੇ ਸਾਡਾ 7th ਸ਼ਡਿਊਲ ਡੀਲ ਕਰਦਾ ਹੈਗਾ ਪਾਰਟੀਸ਼ਨ ਆਫ ਪਾਵਰ। ਲੈਂਗੁਏजेस ਦੇ ਨਾਲ ਰਿਲੇਟ ਜਿਹੜਾ ਸਾਡਾ ਸ਼ਡਿਊਲ ਕਰਦਾ ਹੈਗਾ 8ਵਾਂ ਸ਼ਡਿਊਲ। ਓਥ ਐਂਡ ਫਰਮੇਸ਼ਨ ਦੇ ਨਾਲ ਰਿਲੇਟ ਕਰਦਾ ਹੈਗਾ ਸਾਡਾ 2nd। ਠੀਕ ਹੈ, 2nd ਸ਼ਡਿਊਲ। ਤੇ ਪੰਚਾਇਤੀ ਰਾਜ ਦੇ ਨਾਲ ਰਿਲੇਟ ਕਰਦਾ ਹੈਗਾ ਬੇਟਾ ਸਾਡੇ ਕੋਲ 73ਵੀਂ ਸੋਧ ਦੇ ਰਾਹੀਂ ਆਇਆ ਸੀ। ਪੰਚਾਇਤੀ ਰਾਜ ਦੇ ਅੰਡਰ ਵੀ ਤੁਹਾਨੂੰ ਕਰਵਾ ਚੁੱਕੀ ਆ। ਤਾਂ ਕਿਹੜਾ ਸਾਡੇ ਕੋਲ ਡੀਲ ਕਰੂਗਾ ਜੀ? 11ਵਾਂ ਸ਼ਡਿਊਲ। ਠੀਕ ਹੈ, ਤੇ ਤੁਸੀਂ ਧਿਆਨ ਦੇ ਵਿੱਚ ਰੱਖੋ। ਨੈਕਸਟ ਸੀ ਬੇਟਾ ਸਾਡੇ ਕੋਲ which what is not taken from British constitution in the constitution of India। ਤਾਂ ਜਿਹੜਾ ਬ੍ਰਿਟਿਸ਼ ਸੰਵਿਧਾਨ ਸੀ, ਜਾਂ ਆਪਾਂ ਕਹੀਏ ਇੰਗਲੈਂਡ ਸੀ, ਉਹਨਾਂ ਤੋਂ ਅਸੀਂ ਕਿਹੜੀ ਚੀਜ਼ ਲਈ ਹੋਈ ਆ, ਹਨਾ, ਕਿਹੜੀ ਚੀਜ਼ ਲਈ ਹੋਈ ਆ? ਦੇਖੋ ਬੇਟਾ ਜਿਹੜਾ ਸਾਡੇ ਕੋਲ ਅੱਛਾ ਕਿਹੜੀ ਚੀਜ਼ ਨਹੀਂ ਲਈ ਹੋਈ, ਨੋਟ ਟੇਕਨ, ਕਿਹੜੀ ਚੀਜ਼ ਨਹੀਂ ਲਈ ਹੋਈ? ਠੀਕ ਹੈ, ਪਾਰਲੀਮੈਂਟਰੀ ਰੂਲ ਅਸੀਂ ਬ੍ਰਿਟੇਨ ਤੋਂ ਲਿਆ ਹੋਇਆ, ਬਿਲਕੁਲ ਸਹੀ ਆ। ਸਿੰਗਲ ਸਿਟੀਜ਼ਨਸ਼ਿਪ ਅਸੀਂ ਬ੍ਰਿਟੇਨ ਤੋਂ ਲਈ ਹੋਈ ਆ, ਵੀ ਬਿਲਕੁਲ ਸਹੀ ਆ। ਅਸੀਂ ਫੰਡਾਮੈਂਟਲ ਰਾਈਟਸ ਜਿਹੜੇ ਉਹ ਬ੍ਰਿਟੇਨ ਤੋਂ ਨਹੀਂ ਲਏ ਹੋਏ, ਅਸੀਂ ਕਿੱਥੋਂ ਲਏ ਹੋਏ ਨੇ ਬੇਟਾ? USA ਤੋਂ। ਮੈਂ ਤੁਹਾਨੂੰ ਉੱਪਰ ਵੀ ਕਰਵਾ ਚੁੱਕੀ ਹਾਂ, ਤਾਂ USA ਤੋਂ ਲਏ ਹੋਏ ਆ। ਇਸ ਕਰਕੇ ਫੰਡਾਮੈਂਟਲ ਰਾਈਟਸ ਸਾਡਾ ਇੱਥੇ ਆਨਸਰ ਕੀ ਬਣ ਗਿਆ? ਫੰਡਾਮੈਂਟਲ ਰਾਈਟਸ, ਕਿਉਂਕਿ ਉਹ ਕਿੱਥੋਂ ਲਏ ਹੋਏ ਨੇ? ਅਮਰੀਕਾ ਤੋਂ। ਠੀਕ ਹੈ, ਅਮਰੀਕਾ ਤੋਂ, ਯਾਨੀ ਕਿ USA ਤੋਂ। ਇਸ ਤੋਂ ਬਿਨਾ ਅਸੀਂ ਬ੍ਰਿਟਿਸ਼ ਕਨਸਟੀਟਿਊਸ਼ਨ ਤੋਂ ਕੀ ਲਿਆ ਹੋਇਆ, ਮੈਂ ਉਹ ਵੀ ਡਿਫਾਈਨ ਕਰ ਦਿੰਨੀ ਆ। ਤਾਂ ਸਾਡੇ ਕੋਲ ਜਿਹੜੀ ਸਿੰਗਲ ਸਿਟੀਜ਼ਨਸ਼ਿਪ ਆਲਰੇਡੀ ਤੁਸੀਂ ਕਰ ਚੁੱਕੇ ਹੋ। ਪਾਰਲੀਮੈਂਟਰੀ ਰੂਲ ਅਸੀਂ ਇੱਥੋਂ ਲਿਆ ਹੋਇਆ। ਠੀਕ ਹੈ, ਸਾਡੇ ਕੋਲ ਜਿਹੜਾ ਬਾਈ ਕੈਮਰਲਿਜ਼ਮ ਆ, ਦੋਹਰੀ ਸਦਨੀ ਪ੍ਰਣਾਲੀ ਜੋ ਅਸੀਂ ਅਡਾਪਟ ਕੀਤੀ ਹੋਈ ਆ, ਬਾਈ ਕੈਮਰਲਿਜ਼ਮ। ਠੀਕ ਹੈ, ਲੋਅਰ ਹਾਊਸ, ਅਪਰ ਹਾਊਸ। ਠੀਕ ਹੈ, ਜੇ ਆਪਾਂ ਕਿਹਾ ਕਿ ਜਿਹੜਾ ਸਾਡੇ ਕੋਲ ਲੋਕ ਸਭਾ, ਰਾਜ ਸਭਾ, ਸੇਮ ਹੀ ਸਟੇਟਾਂ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਆ, ਲੈਜਿਸਲੇਟਿਵ ਕਾਉਂਸਲ ਆ, ਹਨਾ, ਉਹ ਮੈਂ ਤੁਹਾਨੂੰ ਸੈਂਟਰ ਸਟੇਟ ਦੇ ਅੰਦਰ ਸਭ ਕੁਝ ਕਰਵਾ ਚੁੱਕੀ ਆ। ਤਾਂ ਬਾਈ ਕੈਮਰਲਿਜ਼ਮ ਯਾਨੀ ਕਿ 2 ਸਦਨ ਹੋਣਗੇ, ਅਸੀਂ ਬ੍ਰਿਟੇਨ ਤੋਂ ਲਿਆ ਹੋਇਆ। ਠੀਕ ਹੈ, ਰੂਲ ਆਫ ਲਾਅ, ਕਾਨੂੰਨ ਦਾ ਅਧਿਕਾਰ ਹੋਊਗਾ, ਰੂਲ ਆਫ ਲਾਅ, ਇਹ ਵੀ ਅਸੀਂ ਬ੍ਰਿਟੇਨ ਤੋਂ ਲਿਆ ਹੋਇਆ। ਕੈਬਨਿਟ ਸਿਸਟਮ ਹੋਊਗਾ, ਕੈਬਨਿਟ ਸਿਸਟਮ। ਠੀਕ ਹੈ ਜੀ, ਕੈਬਨਿਟ ਸਿਸਟਮ ਅਸੀਂ ਬ੍ਰਿਟੇਨ ਤੋਂ ਲਿਆ ਹੋਇਆ। ਲਾਅ ਮੇਕਿੰਗ ਪ੍ਰੋਸੀਜਰ, ਠੀਕ ਹੈ, ਲਾਅ ਮੇਕਿੰਗ ਪ੍ਰੋਸੀਜਰ ਅਸੀਂ ਬ੍ਰਿਟੇਨ ਤੋਂ ਲਿਆ ਹੋਇਆ। ਨਾਲ ਹੀ ਸਾਡੇ ਕੋਲ ਜਿਹੜੀ ਪਾਰਲੀਮੈਂਟਰੀ ਫਾਰਮ ਹੈਗੀ ਆ, ਗਵਰਨਮੈਂਟ ਦੀ ਜਿਹੜੀ ਪਾਰਲੀਮੈਂਟਰੀ ਫਾਰਮ ਆ, ਅਸੀਂ ਕਿੱਥੋਂ ਲਈ ਹੋਈ ਆ? ਬ੍ਰਿਟੇਨ ਤੋਂ ਹੀ ਲਈ ਹੋਈ ਆ। ਠੀਕ ਹੈ ਜੀ, ਨੈਕਸਟ ਕੁਐਸਚਨ ਬੇਟਾ ਆਪਣੇ ਕੋਲ, which of following article can't be null during national emergency। ਠੀਕ ਹੈ, ਤਾਂ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਕਿਹੜਾ ਸਾਡਾ ਜਿਹੜਾ ਆਰਟੀਕਲ ਹੈਗਾ ਉਹ ਨਲ ਨਹੀਂ ਹੁੰਦਾਗਾ? ਸਾਰੇ ਦੇ ਸਾਰੇ ਸਾਡੇ ਕੋਲ ਜਿੰਨੇ ਫੰਡਾਮੈਂਟਲ ਰਾਈਟ ਹੈਗੇ ਨੇ, ਉਹ ਸਾਰੇ ਫੰਡਾਮੈਂਟਲ ਰਾਈਟਸ ਮੁਲਤਵੀ ਹੋ ਜਾਂਦੇ ਆ ਜਦੋਂ ਸਾਡੇ ਕੋਲ ਕੀ ਆ ਜਾਂਦੀ ਹੈਗੀ ਹੈ ਜੀ? ਨੈਸ਼ਨਲ ਐਮਰਜੈਂਸੀ। ਠੀਕ ਹੈ, 352 ਦੇ ਅਕੋਰਡਿੰਗ ਜਦੋਂ ਸਾਡੇ ਕੋਲ ਨੈਸ਼ਨਲ ਐਮਰਜੈਂਸੀ, ਰਾਸ਼ਟਰੀ ਸੰਕਟ ਕਾਲ ਘੋਸ਼ਿਤ ਹੋ ਗਿਆ, ਰਾਸ਼ਟਰਪਤੀ ਰਾਜ ਜਦੋਂ ਲਾਗੂ ਹੋ ਜਾਂਦਾ, ਤਾਂ ਉਸ ਕਾਲ ਦੇ ਵਿੱਚ ਸਾਡੇ ਕੋਲ ਸਾਰੇ ਜਿਹੜੇ ਫੰਡਾਮੈਂਟਲ ਰਾਈਟ ਆ, ਮੌਲਿਕ ਅਧਿਕਾਰ ਆ, ਉਹ ਖਤਮ ਹੋ ਜਾਂਦੇ ਆ, ਸਿਰਫ ਸੀ ਨੂੰ ਛੱਡ ਕੇ। ਯਾਨੀ ਕਿ ਜਿਹੜਾ ਸਾਡੇ ਕੋਲ ਆਰਟੀਕਲ 20 ਤੇ 21 ਦੇ ਅੰਡਰ ਜਿਹੜੇ ਰਾਈਟਸ ਨੇ ਉਹ ਖਤਮ ਨਹੀਂ ਹੁੰਦੇ। ਉਹ ਕਿਹੜੇ ਰਾਈਟਸ ਨੇ? ਵੈਸੇ ਤੁਹਾਨੂੰ ਸਭ ਨੂੰ ਕਲੀਅਰ ਹੋਣੇ ਚਾਹੀਦੇ ਆ ਫੰਡਾਮੈਂਟਲ ਰਾਈਟਸ, ਬਟ ਮੈਂ ਇੱਥੇ ਰਿਪੀਟ ਕਰ ਦਿੰਦੀ ਆ ਇੱਕ ਵਾਰ। ਤਾਂ ਸਾਡੇ ਕੋਲ ਬੇਟਾ ਆਰਟੀਕਲ 20 ਦੇ ਅਕੋਰਡਿੰਗ ਹੈਗਾ, ਜੇ ਬਾਈ ਚਾਂਸ ਤੁਹਾਨੂੰ ਕਿਸੇ ਕੇਸ ਦੇ ਵਿੱਚ ਫੜੇ ਜਾਂਦੇ ਹੋ, ਹਨਾ, ਫੜੇ ਜਾਂਦੇ ਹੋ, ਤਾਂ ਉਹਦੇ ਅੰਡਰ ਫਿਰ ਤੁਸੀਂ ਆਪਦੀ ਪ੍ਰੋਟੈਕਸ਼ਨ, ਉਹਦੇ ਤੋਂ ਰੱਖਿਆ ਕਰਨ ਦੇ ਲਈ, ਹਨਾ, ਤੁਸੀਂ ਜਿਹੜਾ ਹੈ ਜਿਹੜੀ ਆਪਣੀ ਪੈਰਵਾਈ ਕਰਨ ਦੇ ਲਈ ਉਹ ਅਧਿਕਾਰ ਤੁਹਾਡੇ ਕੋਲ ਰਹੂਗਾ। ਠੀਕ ਹੈ, ਤੁਸੀਂ ਆਪਣੀ ਜਿਹੜੀ ਸੁਰੱਖਿਆ ਕਰ ਸਕਦੇ ਹੋ ਜੇ ਤੁਸੀਂ ਫੜੇ ਜਾਂਦੇ ਹੋ ਕੋਈ ਵੀ ਪਰਸਨ। ਤੇ ਆਰਟੀਕਲ 21 ਵੈਰੀ ਇੰਪੋਰਟੈਂਟ, ਰਾਈਟ ਟੂ ਲਾਈਫ ਐਂਡ ਲਿਬਰਟੀ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਹੈ, ਇਹਨੂੰ ਸਟਾਰ ਕਰ ਲਓ, ਰਾਈਟ ਟੂ ਲਾਈਫ ਐਂਡ ਲਿਬਰਟੀ। ਠੀਕ ਹੈ, ਰਾਈਟ ਟੂ ਲਾਈਫ ਐਂਡ ਲਿਬਰਟੀ ਦਾ ਅਧਿਕਾਰ, ਇਹ ਦੋਨੇ ਜਾਨੀ ਤੁਹਾਡੇ ਜਿਉਣ ਦਾ ਅਧਿਕਾਰ ਜਿਹੜਾ ਹੈਗਾ ਉਹ ਕੋਈ ਹੋ ਨਹੀਂ ਸਕਦਾ। ਤਾਂ ਆਰਟੀਕਲ 20 ਤੇ 21 ਜਿਹੜੇ ਹੈਗੇ ਆ ਸਸਪੈਂਡ ਨਹੀਂ ਹੁੰਦੇ ਜਦੋਂ ਵੀ ਸਾਡੇ ਕੋਲ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਹੁੰਦੀ ਹੈ। ਠੀਕ ਹੈ, ਤੇ ਨਾਲ ਹੀ ਆਰਟੀਕਲ 20 ਤੁਸੀਂ ਪ੍ਰੋਟੈਕਸ਼ਨ ਲੈ ਸਕਦੇ ਹੋ ਜੇ ਕੋਈ ਵੀ ਅਫੈਂਸ ਕੀਤਾ ਹੋਇਆ ਉਹਦੀ ਕਨਵੈਕਸ਼ਨ ਦੇਣੀ। ਠੀਕ ਹੈ, ਕਨਵੈਕਸ਼ਨ ਫॉर ਅਫੈਂਸ, ਕਲੀਅਰ। ਦੈਨ ਬੇਟਾ ਇੱਥੇ ਜਿਹੜੇ ਬਾਕੀ ਹੈਗੇ ਉਹ ਮੈਂ ਰਿਪੀਟ ਕਰ ਦਿੰਦੀ ਆ। 14 ਤੋਂ 18 ਦੇ ਵਿੱਚ ਸਾਡੇ ਕੋਲ ਕੀ ਹੈ? ਰਾਈਟ ਟੂ ਇਕੁਆਲਿਟੀ। ਠੀਕ ਹੈ, ਆਰਟੀਕਲ 19 ਦੇ ਵਿੱਚ ਫਰੀडम ਦੇ ਅੰਡਰ ਤੁਹਾਡੇ ਕੋਲ 6 ਤਰ੍ਹਾਂ ਦੀਆਂ ਫਰੀडम ਦਿੱਤੀਆਂ ਗਈਆਂ ਨੇ।
ਤੇ ਆਰਟੀਕਲ 29 ਤੇ 30 ਦੇ ਵਿੱਚ ਜਿਹੜੇ ਮਾਈਨੋਰਿਟੀਜ਼ ਦੇ ਲਈ ਆਪਾਂ ਮਾਈਨੋਰਿਟੀਜ਼ ਦੇ ਲਈ ਜਾਂ ਆਪਾਂ ਸਿੰਪਲ ਇਹ ਕਹਿ ਦਈਏ ਕਿ ਜਿਹੜੇ ਕਲਚਰਲ ਤੇ ਐਜੂਕੇਸ਼ਨਲ ਰਾਈਟਸ ਦਿੱਤੇ ਹੋਏ ਨੇ ਮਾਈਨੋਰਿਟੀ 29 ਦੇ ਅੰਡਰ ਪ੍ਰੋਟੈਕਸ਼ਨ ਆਫ ਇੰਟਰਸਟ, ਠੀਕ ਹੈ, ਪ੍ਰੋਟੈਕਸ਼ਨ ਆਫ ਇੰਟਰਸਟ ਆਫ ਮਾਈਨੋਰਿਟੀਜ਼, ਜਿਹੜੇ ਮਾਈਨੋਰਿਟੀਜ਼ ਨੇ ਉਹਨਾਂ ਦੀਆਂ ਜਿਹੜੇ ਇੰਟਰਸਟ ਹਿੱਤਾਂ ਦੀ ਰੱਖਿਆ ਦੇ ਲਈ। ਤੇ 30 ਆਰਟੀਕਲ ਦੇ ਵਿੱਚ ਜਿਹੜਾ ਹੈਗਾ ਉਹ ਮਾਈਨੋਰਿਟੀਜ਼ ਆਪਣੇ ਕੋਈ ਵੀ ਜਿਹੜੇ ਇੰਸਟੀਟਿਊਸ਼ਨ ਹੈਗੇ ਨੇ, ਐਜੂਕੇਸ਼ਨ ਇੰਸਟੀਟਿਊਸ਼ਨ ਨੇ ਜਾਂ ਆਪਣੀ ਲੈਂਗੁਏਜਸ ਨੇ, ਉਹਨਾਂ ਨੂੰ ਪ੍ਰਮੋਟ ਕਰ ਸਕਦੇ ਨੇ ਆਰਟੀਕਲ 30 ਦੇ ਅੰਡਰ, ਠੀਕ ਹੈ ਜੀ, ਕਲੀਅਰ। ਇੱਥੇ ਬਸ ਇਹ ਧਿਆਨ ਦੇ ਵਿੱਚ ਰੱਖਣਾ ਕਿਹੜੇ ਸਸਪੈਂਡ ਨਹੀਂ ਹੋ ਸਕਦੇ ਤਾਂ ਆਰਟੀਕਲ 20 ਤੇ 21। ਨੈਕਸਟ ਕੁਐਸਚਨ ਬੇਟਾ ਆਪਣੇ ਕੋਲ ਕਨਸਟੀਟਿਊਸ਼ਨ ਆਫ ਇੰਡੀਆ ਫਰੇਮਡ ਬਾਈ ਦਾ ਕਨਸਟੀਟਿਊਸ਼ਨ ਅਸੈਂਬਲੀ ਅੰਡਰ, ਠੀਕ ਹੈ, ਕਿਹਦੇ ਅੰਡਰ ਜਿਹੜਾ ਸੀਗਾ ਕਨਸਟੀਟਿਊਸ਼ਨਲ ਅਸੈਂਬਲੀ ਯਾਨੀ ਕਿ ਸਾਡੀ ਸੰਵਿਧਾਨ ਸਭਾ ਨੂੰ ਫਰੇਮ ਕੀਤਾ ਗਿਆ ਸੀ, ਠੀਕ ਹੈ। ਇਹ ਵੀ ਬਹੁਤ ਇੰਪੋਰਟੈਂਟ ਆ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ। ਕੈਬਨਿਟ ਮਿਸ਼ਨ 1946, ਤਾਂ ਜਿਹੜਾ ਸਾਡੇ ਕੋਲ ਕੈਬਨਿਟ ਮਿਸ਼ਨ ਆਇਆ ਸੀ ਬੇਟਾ 1946 ਈਸਵੀ ਦੇ ਵਿੱਚ, ਉਸੇ ਕੈਬਨਿਟ ਮਿਸ਼ਨ ਦੇ ਅੰਡਰ ਹੀ ਜਿਹੜੀ ਸਾਡੇ ਕੋਲ ਸਾਡੀ ਸੰਵਿਧਾਨ ਸਭਾ ਸੀਗੀ ਉਹ ਫਾਈਨਲੀ ਫਾਰਮ ਕੀਤੀ ਗਈ ਸੀਗੀ, ਹੈ ਨਾ। ਕਦੋਂ ਆਇਆ, ਇਹ ਕਾਫੀ ਇੰਪੋਰਟੈਂਟ ਆ ਕਿ ਕਦੋਂ ਆਇਆ, 1946 ਈਸਵੀ ਦੇ ਵਿੱਚ ਆਇਆ, ਠੀਕ ਹੈ, 16 ਮਈ ਨੂੰ ਆਇਆ। ਇਹ ਤਰੀਕ ਮੈਂ ਇੱਥੇ ਮੈਂਸ਼ਨ ਕਰ ਦਿੰਦੀ ਆ, 16 ਮਈ 16 ਮਈ, ਠੀਕ ਹੈ, 16 ਮਈ 1946 ਨੂੰ ਕੈਬਨਿਟ ਮਿਸ਼ਨ ਆਇਆ ਸੀਗਾ। ਤੇ ਕੈਬਨਿਟ ਮਿਸ਼ਨ ਦੇ ਵਿੱਚ 3 ਪਰਸਨ ਐਡ ਸੀਗੇ, ਠੀਕ ਹੈ। ਕਲੀਮੇਟ ਐਟਲੀ ਉਸ ਟਾਈਮ ਦੇ ਪੀਐਮ ਸੀਗੇ ਯੂਕੇ ਦੇ, ਉਹਨਾਂ ਦੇ ਦੁਆਰਾ ਇਹਨੂੰ ਭੇਜਿਆ ਗਿਆ ਸੀ, ਜਿਹਦੇ ਵਿੱਚ ਪੈਥਿਕ ਲਾਰੈਂਸ, ਠੀਕ ਹੈ, 3 ਪਰਸਨ, ਪੈਥਿਕ ਲਾਰੈਂਸ, ਅਲੈਗਜ਼ੈਂਡਰ ਤੇ ਸਟੈਨਫੋਰਡ ਕ੍ਰਿਪਸ, ਜਿਨ੍ਹਾਂ ਦੇ ਅੰਡਰ ਪਹਿਲਾਂ ਕ੍ਰਿਪਸ ਮਿਸ਼ਨ ਵੀ ਆਇਆ ਸੀ, ਠੀਕ ਹੈ, 1942 ਚ। ਤਾਂ ਇਹ 3 ਪਰਸਨ ਜਿਹੜੇ ਸੀਗੇ ਇਸ ਮਿਸ਼ਨ ਦੇ ਵਿੱਚ ਸ਼ਾਮਲ ਸੀਗੇ ਤੇ ਇਸੇ ਦੇ ਅੰਡਰ ਹੀ ਸਾਡੇ ਕੋਲ ਸੰਵਿਧਾਨ ਸਭਾ ਸੀ ਜਿਹੜੀ ਉਹ ਫਾਰਮ ਹੋਈ ਸੀ, ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ, ਠੀਕ ਹੈ, ਕਲੀਅਰ। ਦੈਨ ਬੇਟਾ ਜਿਹੜੇ ਬਾਕੀ ਹੈਗੇ ਉਹ ਵੀ ਮੈਂ ਇੱਥੇ ਤੁਹਾਨੂੰ ਕਲੀਅਰ ਕਰ ਦਿੰਨੀ ਆ। ਬਾਕੀ ਜਿਹੜੀਆਂ ਆਪਸ਼ਨਸ ਨੇ ਉਹਨਾਂ ਬਾਰੇ ਥੋੜਾ ਜਿਹਾ ਡਿਫਾਈਨ ਕਰ ਦਿੰਨੀ ਆ। ਸਾਡੇ ਕੋਲ ਇੱਥੇ ਪਹਿਲੀ ਆਪਸ਼ਨ ਦਿੱਤੀ ਹੋਈ ਆ ਅਗਸਤ ਆਫਰ, ਠੀਕ ਹੈ, 1940। ਤਾਂ 1940 ਯਾਨੀ ਕਿ ਸਿੰਪਲ 8 ਅਗਸਤ 1900, ਇਹ ਹਿਸਟਰੀ ਦੇ ਹਿਸਾਬ ਨਾਲ ਵੀ ਇੰਪੋਰਟੈਂਟ ਆ ਤੁਹਾਡੇ ਕੋਲ। ਅਗਸਤ ਆਫਰ 1940 ਦੇ ਵਿੱਚ ਹੋਇਆ, ਠੀਕ ਹੈ। ਉਸ ਟਾਈਮ ਤੇ ਜਿਹੜੇ ਸਾਡੇ ਕੋਲ ਇਹਨੂੰ ਲਿੰਥਗੋ ਘੋਸ਼ਣਾ ਵੀ ਆਖਦੇ ਆ, ਲਿੰਥਗੋ ਡੈਕਲੇਰੇਸ਼ਨ, ਠੀਕ ਹੈ, ਲਿੰਥਗੋ ਡੈਕਲੇਰੇਸ਼ਨ। ਲਿੰਥਗੋ ਉਸ ਟਾਈਮ ਤੇ ਜਿਹੜੇ ਸੀਗੇ ਸਾਡੇ ਕੋਲ ਆਪਾਂ ਕਹੀਏ ਕਿ ਉਸ ਟਾਈਮ ਦੇ ਗਵਰਨਰ ਜਨਰਲ ਸੀਗੇ, ਠੀਕ ਹੈ, ਜਾਂ ਆਪਾਂ ਵਾਇਸਰਾਏ ਸੀਗੇ, ਕਿਉਂਕਿ ਉਸ ਟਾਈਮ ਤੇ ਉਹਦੇ ਨੂੰ ਵਾਇਸਰਾਏ ਨਾਮ ਦੇ ਦਿੱਤਾ ਗਿਆ ਸੀ। ਤੁਹਾਨੂੰ ਹਿਸਟਰੀ ਦੇ ਵਿੱਚ ਕਲੀਅਰ ਹੋਊਗਾ ਕਦੋਂ ਗਵਰਨਰ ਜਨਰਲ ਨੂੰ ਖਤਮ ਕਰਕੇ ਵਾਇਸਰਾਏ ਬਣਾਇਆ ਗਿਆ। ਮੈਂ ਤੁਹਾਨੂੰ ਹਿਸਟਰੀ ਦੇ ਵਿੱਚ ਕਰਾ ਚੁੱਕੀ ਹਾਂ ਨਾ। ਸਾਡੀ ਜਦੋਂ 1857 ਦਾ ਵਿਦਰੋਹ ਹੁੰਦਾ ਤਾਂ 58 ਦੇ ਵਿੱਚ ਐਕਟ ਪਾਸ ਹੁੰਦਾ 1855 ਚ, ਉਸ ਤੋਂ ਬਾਅਦ ਹੀ ਵਾਇਸਰਾਏ ਗਵਰਨਰ ਜਨਰਲ ਦਾ ਉਹਦਾ ਖਤਮ ਕਰਕੇ ਵਾਇਸਰਾਏ ਬਣਾਇਆ ਗਿਆ। ਤਾਂ ਲਿੰਥਗੋ ਉਸ ਟਾਈਮ ਤੇ ਵਾਇਸਰਾਏ ਸੀਗੇ ਤੇ ਉਹਨਾਂ ਦੇ ਅੰਡਰ ਹੀ ਜਿਹੜੀ ਸੀਗੀ ਅਗਸਤ ਆਫਰ ਹੋਇਆ। ਅਗਸਤ ਆਫਰ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇੱਕ ਤਾਂ ਡੋਮੀਨੀਅਨ ਸਟੇਟਸ ਜਿਹੜਾ ਹੈਗਾ ਉਹ ਮੰਗ ਜੋ ਭਾਰਤੀ ਕਰ ਰਹੇ ਸੀ ਅਸੀਂ ਪ੍ਰਦਾਨ ਕਰਾਂਗੇ ਭਾਰਤੀਆਂ ਨੂੰ, ਠੀਕ ਹੈ। ਦੂਜਾ ਜਿਹੜੀ ਸਾਡੀ ਉਸ ਟਾਈਮ ਤੇ ਵਰਲਡ ਵਾਰ ਚੱਲ ਰਹੀ ਸੀਗੀ, ਤਾਂ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਜਿਹੜੀ ਸੰਵਿਧਾਨਿਕ ਬੋਡੀ ਬਣਾਈ ਜਾਊਗੀ, ਜਾਨੀ ਸੰਵਿਧਾਨ ਸਭਾ ਬਣਾਈ ਜਾਊਗੀ, ਇਹ ਆਖਿਆ ਗਿਆ ਸੀ। ਤੇ ਨਾਲ ਹੀ ਵਾਇਸਰਾਏ ਦੀ ਜਿਹੜੀ ਕਾਉਂਸਲ ਸੀ ਉਹ ਚ ਭਾਰਤੀ ਸ਼ਾਮਲ ਕੀਤੇ ਜਾਣਗੇ। ਇਹ 3 ਪੁਆਇੰਟ ਮੇਨ ਅਗਸਤ ਆਫਰ ਦੇ ਵਿੱਚ ਦੱਸੇ ਗਏ ਸੀ। ਫਿਰ ਆ ਗਿਆ ਬੇਟਾ ਕ੍ਰਿਪਸ ਮਿਸ਼ਨ 1942 ਚ ਆਇਆ, ਬਹੁਤ ਇੰਪੋਰਟੈਂਟ ਆ। ਕ੍ਰਿਪਸ ਮਿਸ਼ਨ 1942 ਦੇ ਵਿੱਚ ਆਇਆ, ਤਰੀਕ ਵੀ ਮੈਂ ਲਿਖ ਦਿੰਦੀ ਹਾਂ, ਵੈਸੇ ਇੰਪੋਰਟੈਂਟ ਨਹੀਂ ਹੈਗੀ, 22 ਮਾਰਚ, ਠੀਕ ਹੈ, 22 ਮਾਰਚ 1942 ਨੂੰ ਆਇਆ ਸੀਗਾ। ਇਹਦੇ ਵਿੱਚ ਵੀ ਆਖਿਆ ਗਿਆ ਡੋਮੀਨੀਅਨ ਸਟੇਟਸ ਦਿੱਤਾ ਜਾਊਗਾ, ਸੰਵਿਧਾਨ ਸਭਾ ਦਾ ਗਠਨ ਕੀਤਾ ਜਾਊਗਾ, ਠੀਕ ਹੈ। ਬਟ ਇਹਨੂੰ ਵੀ ਭਾਰਤੀਆਂ ਨੇ ਰਿਜੈਕਟ ਕਰਤਾ ਸੀ। ਤੁਸੀਂ ਇੱਥੇ ਇੱਕ ਪੁਆਇੰਟ ਜਿਹੜਾ ਧਿਆਨ 'ਚ ਰੱਖਣਾ, ਕ੍ਰਿਪਸ ਮਿਸ਼ਨ ਦੇ ਨਾਲ ਰਿਲੇਟਡ ਕਈ ਵਾਰ ਪੁੱਛ ਲਿਆ ਜਾਂਦਾ, 2 ਪੁਆਇੰਟ ਜਿਹੜੇ ਤੁਸੀਂ ਧਿਆਨ ਰੱਖਣੇ ਆ, ਠੀਕ ਹੈ। ਇੱਕ ਤਾਂ ਇਹਨੂੰ ਆਖਿਆ ਗਿਆ ਕਾਰ ਵਿਦਾਊਟ ਇੰਜਨ, ਠੀਕ ਹੈ, ਕਾਰ ਵਿਦਾਊਟ ਇੰਜਨ ਵਿਦ ਫੁੱਲ ਬ੍ਰੇਕਸ, ਦੋ ਚੀਜ਼ਾਂ ਨਾਲ, 2 ਤਰੀਕੇ ਨਾਲ ਇੱਥੇ ਕੁਐਸਚਨ ਬਣ ਸਕਦਾ। ਜਾਂ ਤਾਂ ਕਹਿਣਗੇ ਕਿ ਕਿਹੜੇ ਮਿਸ਼ਨ ਨੂੰ ਜਿਹੜਾ ਹੈਗਾ ਕਾਰ ਵਿਦਾਊਟ ਇੰਜਨ ਵਿਦ ਫੁੱਲ ਬ੍ਰੇਕਸ ਆਖਿਆ ਗਿਆ, ਤਾਂ ਕ੍ਰਿਪਸ ਮਿਸ਼ਨ, ਠੀਕ ਹੈ। ਦੂਜੀ ਚੀਜ਼ ਇੱਥੇ ਬਣ ਸਕਦੀ ਹੈ ਕਿ ਕਿਹਨੇ ਆਖਿਆ, ਠੀਕ ਹੈ। ਇਹ ਸਟੇਟਮੈਂਟ ਕਿਹਨੇ ਦਿੱਤੀ ਹੈ ਜੀ, ਇਹ ਸਟੇਟਮੈਂਟ ਦਿੱਤੀ ਹੈਗੀ ਹੈ ਜਵਾਹਰ ਲਾਲ ਨਹਿਰੂ ਜੀ ਨੇ। ਦੂਜਾ ਪੁਆਇੰਟ, ਠੀਕ ਹੈ, ਦੂਜਾ ਪੁਆਇੰਟ ਇੱਥੇ ਤੁਹਾਡੇ ਤੋਂ ਪੁੱਛ ਸਕਦੇ ਆ ਕਿ ਹੋਰ ਜਿਹੜਾ ਇਹ ਐਕਟ ਸੀਗਾ ਹਨਾ, ਸੌਰੀ ਜਿਹੜਾ ਪ੍ਰਪੋਜ਼ਲ ਸੀਗਾ ਕ੍ਰਿਪਸ ਮਿਸ਼ਨ ਆਇਆ, ਉਹਨੂੰ ਪੋਸਟ ਡੇਟਡ ਚੈੱਕ ਕਿਹਨੇ ਆਖਿਆ, ਪੋਸਟ ਡੇਟਡ, ਇਹ ਕਾਫੀ ਬਾਰ ਆ ਚੁੱਕਿਆ ਕੁਐਸਚਨ ਆ, ਪੋਸਟ ਡੇਟਡ ਚੈੱਕ, ਠੀਕ ਹੈ। ਪੋਸਟ ਡੇਟਡ ਚੈੱਕ ਕਿਹਨੇ ਆਖਿਆ ਜੀ, ਪੋਸਟ ਡੇਟਡ ਚੈੱਕ ਆਖਿਆ ਸੀਗਾ ਜੀ ਇਹਨੂੰ ਗਾਂਧੀ ਜੀ, ਠੀਕ ਹੈ। ਇਹ 2 ਪੁਆਇੰਟਸ ਨੇ ਜਿਹੜੇ ਤੁਸੀਂ ਇੱਥੇ ਮੇਨਲੀ ਇਹਦੇ ਨਾਲ ਰਿਲੇਟਡ ਧਿਆਨ 'ਚ ਰੱਖਣੇ। ਇੱਕ ਆ ਗਈ ਸਾਡੇ ਕੋਲ ਸ਼ਿਮਲਾ ਕਾਨਫਰੰਸ, ਠੀਕ ਹੈ। ਸ਼ਿਮਲਾ ਕਾਨਫਰੰਸ ਬੇਟਾ ਹੁੰਦੀ ਹੈ 1945 ਦੇ ਵਿੱਚ,
ਜਿਹਨੂੰ ਵੇਵਲ ਕਾਨਫਰੰਸ ਵੀ ਆਖਦੇ ਆ। ਠੀਕ ਹੈ, ਵੇਵਲ ਕਾਨਫਰੰਸ ਕਿਉਂ ਆਖਦੇ ਆ? ਕਿਉਂਕਿ ਉਸ ਟਾਈਮ ਤੇ ਜਿਹੜੇ ਸਾਡੇ ਕੋਲ ਵੇਵਲ ਸੀਗੇ ਉਹ ਵਾਰਸਰਾਈ ਸੀ, ਇਸ ਕਰਕੇ। ਠੀਕ ਹੈ ਜੀ, ਇਹਦੇ ਚ ਬੇਸਿਕਲੀ ਜਦੋਂ 1942 ਈਸਵੀ ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਹੁੰਦੀ ਆ, ਭਾਰਤ ਛੱਡੋ ਅੰਦੋਲਨ ਹੁੰਦਾ, ਤਾਂ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਜਿੰਨੇ ਪਰਸਨ ਫੜੇ ਗਏ ਸੀਗੇ ਉਹਨਾਂ ਨੂੰ ਛੱਡ ਕੇ ਸ਼ਿਮਲਾ ਬੁਲਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ। ਤੇ ਨਾਲ ਹੀ ਇਸ ਮਿਸ਼ਨ ਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਜਿਹੜੀ ਇੰਡੀਅਨ ਕਾਉਂਸਲ ਹੈਗੀ ਆ, ਠੀਕ ਹੈ, ਜਿਹੜੀ ਇੰਡੀਅਨ ਕਾਉਂਸਲ ਸੀਗੀ ਜੀ, ਉਸ ਕਾਉਂਸਲ ਦੇ ਵਿੱਚ ਜਿਹੜੇ ਸੀਗੇ ਸਾਰੇ ਭਾਰਤੀ ਹੋਣਗੇ, ਬਾਕੀ ਸਾਰੇ ਭਾਰਤੀ ਐਡ ਕੀਤੇ ਜਾਣਗੇ। ਸਿਰਫ 2 ਜਿਹੜੇ ਹੋਣਗੇ ਉਹ ਬ੍ਰਿਟਿਸ਼ ਇਹਦੇ ਵਿੱਚ ਸ਼ਾਮਲ ਹੋਣਗੇ, ਬਾਕੀ ਸਾਰੇ ਭਾਰਤੀ ਸ਼ਾਮਲ ਕਰਨ ਦੀ ਗੱਲ ਸ਼ਿਮਲਾ ਕਾਨਫਰੰਸ ਦੇ ਵਿੱਚ ਆਖੀ ਗਈ ਸੀ। ਠੀਕ ਹੈ, ਮੈਨੂੰ ਲੱਗਦਾ ਥੋੜੀ ਲੰਬੀ ਹੋਈ ਹੋਗੀ ਕਲਾਸ, ਚਲੋ ਮੈਂ 10 ਜਿਹੜੇ ਹੈਗੇ ਇਹਦੇ ਵਿੱਚ ਡਿਸਕਸ ਕਰ ਦਿੰਦੀ ਹਾਂ ਅੱਜ ਦੀ ਕਲਾਸ ਦੇ ਵਿੱਚ। ਨੈਕਸਟ ਬੇਟਾ ਆਪਣੇ ਕੋਲ ਹੈਗਾ ਦਾ ਆਈਡੀਆ ਆਫ ਕਨਸਟੀਟਿਊਸ਼ਨ ਅਸੈਂਬਲੀ ਇਜ਼ ਪੁੱਟ ਫਾਰਵਰਡ ਫॉर द ਫਰਸਟ ਟਾਈਮ। ਇਹ ਵੀ ਬੇਸਿਕ ਕੁਐਸਚਨ ਆ ਕਿ ਕਨਸਟੀਟਿਊਸ਼ਨ ਅਸੈਂਬਲੀ ਹੋਊਗੀ, ਹਨਾ, ਇਹਦਾ ਆਈਡੀਆ ਸਭ ਤੋਂ ਪਹਿਲਾਂ ਕਿਹਨੇ ਦਿੱਤਾ ਸੀਗਾ ਜੀ? MN ਰॉय। ਠੀਕ ਹੈ ਜੀ, ਤਾਂ MN ਰॉय ਨੇ ਇਹ ਜਿਹੜਾ ਆਈਡੀਆ ਸੀਗਾ ਉਹ ਸਭ ਤੋਂ ਪਹਿਲਾਂ ਦਿੱਤਾ ਸੀ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਦੈਨ ਇੱਕ ਚੀਜ਼ ਹੋਰ, ਜਿਹੜੇ ਡਾਕਟਰ BR ਅੰਬੇਦਕਰ ਨੇ, ਇਹਨਾਂ ਨੂੰ ਕੀ ਆਖਿਆ ਜਾਂਦਾ ਹੈਗਾ ਜੀ? ਆਰਕੀਟੈਕਚਰ ਨਿਰਮਾਤਾ। ਆਰਕੀਟੈਕਚਰ ਆਖਦੇ ਨੇ, ਆਰਕੀਟੈਕਟਰ ਆਖਦੇ ਨੇ ਕਾਹਦਾ ਜੀ? ਸੰਵਿਧਾਨ ਦਾ। ਠੀਕ ਹੈ, ਸੰਵਿਧਾਨ ਦੇ ਆਰਕੀਟੈਕਟਰ। ਠੀਕ ਹੈ, ਤਾਂ ਆਰਕੀਟੈਕਚਰ ਕੌਣ ਹੈਗੇ ਨੇ ਸਾਡੇ ਸੰਵਿਧਾਨ ਦੇ? ਤਾਂ ਆਂਸਰ ਤੁਹਾਡਾ ਹੋਊਗਾ ਜੀ BR ਅੰਬੇਦਕਰ। ਠੀਕ ਹੈ ਜੀ, ਸਾਡੇ ਕੋਲ ਡਾਕਟਰ ਜਿੰਦਰ ਪ੍ਰਸਾਦ ਪੁੱਛਣ ਤਾਂ ਫਰਸਟ ਪ੍ਰੈਜ਼ੀਡੈਂਟ, ਫਰਸਟ ਪਰਮਾਨੈਂਟ ਪ੍ਰੈਜ਼ੀਡੈਂਟ ਸੀਗੇ ਕਾਦੇ ਜੀ? ਸਾਡੇ ਕੋਲ ਜਿਹੜੀ ਸਾਡੇ ਕੋਲ ਕਨਸਟੀਟਿਊਸ਼ਨਲ ਅਸੈਂਬਲੀ ਸੀ ਉਹਦੇ ਵੀ, ਤੇ ਵੈਸੇ ਵੀ ਭਾਰਤ ਦੇ ਫਰਸਟ ਪ੍ਰੈਜ਼ੀਡੈਂਟ। ਸਰਦਾਰ ਵੱਲਭ ਭਾਈ ਪਟੇਲ ਸੀਗੇ ਸਾਡੇ ਕੋਲ ਫਰਸਟ ਹੋਮ ਮਿਨਿਸਟਰ। ਠੀਕ ਹੈ, ਜਿਨ੍ਹਾਂ ਨੇ ਰਾਜਾਂ ਦਾ ਜਿਹੜਾ ਪੁਨਰਗਠਨ ਕਰਨ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ। ਠੀਕ ਹੈ ਜੀ, ਨੈਕਸਟ ਕੁਐਸਚਨ ਆ ਬੇਟਾ ਸਾਡੇ ਕੋਲ, the composition of constitutional assembly। ਠੀਕ ਹੈ, was, ਜਦੋਂ ਸਾਡੀ ਕਨਸਟੀਟਿਊਸ਼ਨਲ ਅਸੈਂਬਲੀ ਬਣੀ ਹੈਗੀ ਆ ਤਾਂ ਉਹਦੀ ਕੰਪੋਜੀਸ਼ਨ ਕਿੰਨੀ ਸੀ, ਮਤਲਬ ਕਿੰਨੇ ਸੀ? ਜਦੋਂ ਸਾਡੀ ਕਨਸਟੀਟਿਊਸ਼ਨਲ ਅਸੈਂਬਲੀ ਬਣੀ ਆ ਉਹਦੀ ਪਹਿਲੀ ਮੀਟਿੰਗ ਹੁੰਦੀ ਆ, ਪਹਿਲਾ ਗਠਨ ਹੁੰਦਾ, ਯਾਨੀ ਹਨਾ, ਮਤਲਬ ਜਦੋਂ ਬਣਾਈ ਜਾਂਦੀ ਹੈ ਤਾਂ ਬੇਸਿਕਲੀ ਜਦੋਂ ਬਣਾਈ ਜਾਂਦੀ ਹੈ ਤੇ ਇਹਦੇ ਵਿੱਚ ਟੋਟਲ ਕਿੰਨੇ ਸੀਗੇ? 399 ਜਿਹੜੀਆਂ ਸੀਗੀਆਂ ਸੀਟਾਂ ਸੀਗੀਆਂ ਸੰਵਿਧਾਨ ਸਭਾ ਦੀ ਸੰਰਚਨਾ ਦੇ ਵਿੱਚ, ਟੋਟਲ 399 ਸੀ, ਜਿਹਦੇ ਵਿੱਚੋਂ ਡਿਵੀਜ਼ਨ ਕੁਛ ਇਸ ਤਰੀਕੇ ਨਾਲ ਸੀਗੀ 296। ਠੀਕ ਹੈ, ਪਲੱਸ ਸੌਰੀ 292 ਲਿਖੀ ਹੋਈ ਸੀ। ਠੀਕ ਹੈ, 292 ਟੋਟਲ 296 ਬਣਦੀਆਂ ਸੀ। ਉਹ ਕਿਵੇਂ ਮੈਂ ਤੁਹਾਨੂੰ ਕਲੀਅਰ ਕਰ ਦਿੰਦੀ ਹਾਂ, ਮੈਂ ਇੱਥੇ 3 ਤਰੀਕੇ ਦੀ ਡਿਵੀਜ਼ਨ ਕਰਕੇ ਤੁਹਾਨੂੰ ਕਰਾਉਂਗੀ। 292, ਠੀਕ ਹੈ, ਪਲੱਸ 4 ਪਲੱਸ 93, 93। ਠੀਕ ਹੈ, ਜਿਹੜੀਆਂ ਇਹਦੇ ਚੋਂ 292 ਸੀਗੀਆਂ ਉਹ ਕੌਣ ਸੀਗੇ ਜੀ? ਬ੍ਰਿਟਿਸ਼ ਇੰਡੀਆ ਦੇ ਮੈਂਬਰ ਹੋਣਗੇ ਕਹਿੰਦੇ। ਠੀਕ ਹੈ, ਬ੍ਰਿਟਿਸ਼ ਇੰਡੀਆ ਦੇ ਮੈਂਬਰ ਹੋਣਗੇ ਜਿਹੜੇ ਕਿ ਇਲੈਕਟ ਕੀਤੇ ਜਾਣਗੇ। 4 ਜਿਹੜੀਆਂ ਸੀ ਸਾਡੇ ਕੋਲ ਬੇਟਾ ਚੀਫ ਕਮਿਸ਼ਨਰ ਪ੍ਰੋਵਿੰਸ ਸੀਗੇ, ਜਿਹੜੇ ਚੀਫ ਕਮਿਸ਼ਨਰ ਪ੍ਰੋਵਿੰਸਸ। ਠੀਕ ਹੈ, 4 ਸੀਗੇ, ਦਿੱਲੀ ਹੋ ਗਿਆ, ਅਜਮੇਰ ਹੋ ਗਿਆ, ਬਲੋਚਿਸਤਾਨ ਹੋ ਗਿਆ, ਕੂਰਗ ਹੋ ਗਿਆ। ਤੇ ਚਾਰਾਂ ਦੇ ਜਿਹੜੇ ਚੀਫ ਕਮਿਸ਼ਨਰ ਸੀਗੇ ਉਹ ਇਹਦੇ ਚ ਐਡ ਹੋਣੇ ਸੀਗੇ। ਤੇ 93 ਕੌਣ ਸੀ ਬੇਟਾ ਜੀ? ਪ੍ਰਿੰਸਲੀ ਸਟੇਟਸ। ਠੀਕ ਹੈ, ਰਾਜਵੰਸ਼ੀ ਜਾਂ ਦੇਸੀ ਰਿਆਸਤਾਂ ਜਿਹਨੂੰ ਅਸੀਂ ਆਖਦੇ ਹਾਂ ਤਾਂ ਪ੍ਰਿੰਸਲੀ ਸਟੇਟਸ ਇਹਨਾਂ ਦੇ। ਠੀਕ ਹੈ, ਤੇ ਟੋਟਲ ਇੰਨੇ ਮੈਂਬਰ ਸੀਗੇ 399 ਦੇ ਅੰਡਰ। ਬਟ ਇੱਥੇ ਵੀ ਧਿਆਨ ਦੇ ਵਿੱਚ ਰੱਖਿਓ ਇਹ ਕੰਪੋਜੀਸ਼ਨ ਦੇ ਵਿੱਚ ਸੀ ਮੌਜੂਦਾ ਚ। ਜਦੋਂ ਸਾਡੇ ਦੇਸ਼ ਦੀ ਵੰਡ ਹੁੰਦੀ ਹੈ 1947 ਈਸਵੀ ਦੇ ਵਿੱਚ, ਠੀਕ ਹੈ, ਦੇਖੋ 1946 ਈਸਵੀ ਦੇ ਵਿੱਚ ਬਣਦੀ ਹੈ ਸਾਡੇ ਕੋਲ ਜਿਹੜੀ ਕਨਸਟੀਟਿਊਸ਼ਨਲ ਅਸੈਂਬਲੀ ਆ, ਉਦੋਂ 399 ਸੀ। ਬਟ ਜਦੋਂ ਸਾਡੇ ਦੇਸ਼ ਦੀ ਵੰਡ ਹੋ ਜਾਂਦੀ ਹੈ 1947 ਈਸਵੀ ਦੇ ਵਿੱਚ, ਤਾਂ 1947 ਦੇ ਵਿੱਚ ਕਿੰਨੇ ਰਹਿ ਜਾਂਦੇ ਨੇ ਬੇਟਾ? ਇਹ ਤੇ 399 ਦੀ ਜਗ੍ਹਾ ਦੇ ਉੱਪਰ ਕਿੰਨੇ ਰਹਿ ਜਾਂਦੇ ਹੈਗੇ? 299। ਇਸ ਤੋਂ ਬਿਨਾ ਜਦੋਂ ਲਾਸਟ ਮੀਟਿੰਗ ਹੁੰਦੀ ਹੈ, ਲਾਸਟ ਸਾਈਨ ਹੁੰਦੇ ਆ, ਕਦੋਂ ਹੁੰਦੇ ਆ ਲਾਸਟ ਸਾਡੇ ਸੰਵਿਧਾਨ ਦੇ ਉੱਪਰ ਸਾਈਨ? 24 ਜਨਵਰੀ 1950 ਨੂੰ, ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਤੋਂ 2 ਦਿਨ ਪਹਿਲਾਂ ਜਦੋਂ ਆਖਰੀ ਸਾਈਨ ਹੁੰਦੇ ਆ, ਤਾਂ ਆਖਰੀ ਸਾਈਨ ਕਿੰਨੇ ਪਰਸਨ ਕਰਦੇ ਹੈਗੇ ਆ? 284। ਤਿੰਨੋਂ ਜਿਹੜੀਆਂ ਅਮਾਉਂਟਸ ਨੇ ਇੱਥੇ ਇੰਪੋਰਟੈਂਟ ਨੇ, ਤਿੰਨੋਂ ਮਤਲਬ ਜਿਹੜੀਆਂ ਗਿਣਤੀਆਂ ਨੇ ਉਹ ਇੰਪੋਰਟੈਂਟ ਨੇ। 399 ਜਦੋਂ ਮੂਵ ਸਾਡੇ ਕੋਲ ਕਨਸਟੀਟਿਊਸ਼ਨ ਅਸੈਂਬਲੀ ਸੀ 1946 ਈਸਵੀ ਦੇ ਵਿੱਚ, ਜਿਹੜੀ ਫਰਸਟ ਮੀਟਿੰਗ ਜਿਹੜੀ 9 ਦਸੰਬਰ ਨੂੰ ਹੋਈ ਉਹਦੇ ਵਿੱਚ 399। ਠੀਕ ਹੈ, ਜੇ ਦੈਨ ਜਦੋਂ ਦੇਸ਼ ਦੀ ਵੰਡ ਹੁੰਦੀ ਆ 15 ਅਗਸਤ 1947 ਨੂੰ ਤਾਂ 299 ਰਹਿ ਜਾਂਦੇ ਆ। ਤੇ ਬਟ ਜਦੋਂ ਆਖਰੀ ਸਾਈਨ ਹੁੰਦੇ 1950 ਦੇ ਵਿੱਚ ਤਾਂ 284% ਦੇ ਉੱਪਰ ਸਾਈਨ ਕਰਦੇ ਆ। ਠੀਕ ਜੀ, ਤਾਂ ਇਹ ਸੀਗੀ ਸਾਡੀ ਅੱਜ ਦੀ ਕਲਾਸ। ਬਾਕੀ ਜਿਹੜੇ MCQ ਨੇ ਤੁਹਾਨੂੰ ਕੋਰਸ ਦੇ ਵਿੱਚ ਮੇਰੇ ਵੱਲੋਂ ਡਿਸਕਸ ਕਰ ਦਿੱਤੇ ਜਾਣਗੇ। ਕੋਈ ਵੀ ਕਲਾਸ ਜਿਹੜੀਆਂ ਮੈਂ ਫ੍ਰੀ ਸੈਸ਼ਨ ਵੀ ਦੇ ਰਹੀ ਹਾਂ ਉਹਨਾਂ ਨੂੰ ਮਿਸ ਨਾ ਕਰੋ। ਉਹਨਾਂ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਕੰਟੈਂਟ ਮੇਰੇ ਵੱਲੋਂ ਥੋੜੇ MCQ ਦੇ ਰਾਹੀਂ ਹੀ ਕਵਰ ਕਰਵਾਇਆ ਜਾ ਰਿਹਾ। ਤਾਂ ਜੇ ਮੇਰੀਆਂ ਕਲਾਸਿਸ ਤੁਹਾਡੇ ਲਈ ਹੈਲਪਫੁਲ ਹੋ ਰਹੀਆਂ ਨੇ ਤਾਂ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ। ਠੀਕ ਹੈ,
ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਕਿਉਂਕਿ ਤੁਹਾਡੀ ਜਿਹੜੀ ਵੀਡੀਓ ਦੇ ਉੱਪਰ ਤੁਹਾਡਾ ਲਾਈਕ ਹੈਗਾ ਜਾਂ ਤੁਹਾਡੇ ਵਿਊਜ਼ ਹੈਗੇ ਨੇ ਉਹ ਸਾਡੇ ਲਈ ਬਿਗੇਸਟ ਮੋਟੀਵੇਸ਼ਨ ਆ। ਤਾਂ ਵੱਧ ਤੋਂ ਵੱਧ ਸਾਰੇ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਜੇ ਤੁਸੀਂ ਕੋਰਸ ਲੈਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਆ, ਕੰਟੈਕਟ ਨੰਬਰ ਦਿੱਤਾ ਗਿਆ, ਐਪ ਦਾ ਲਿੰਕ ਦਿੱਤਾ ਗਿਆ, ਉਹਦੇ ਉੱਪਰ ਤੁਸੀਂ ਕੰਟੈਕਟ ਕਰਕੇ ਜਿਹੜਾ ਹੈਗਾ ਇਨਫੋਰਮੇਸ਼ਨ ਲੈ ਸਕਦੇ ਹੋ। ਥੈਂਕ ਯੂ ਸੋ ਮਚ।